ਚਾਣਕਿਆ ਦੇ ਪੁੱਤਰ ਨੇ ਇਹਨਾਂ ਨੂੰ ਲੱਗਦਾ ਵੀ ਇਹ ਝੂਠ ਵੇਚੀ ਜਾਓ, ਬਾਰ-ਬਾਰ ਰਿਪੀਟ ਕਰੋ, ਕੋਈ ਤਾਂ ਯਕੀਨ ਕਰੇਗਾ ਹੀ ਕਿਸੇ ਵੇਲੇ। ਹੁਣੇ ਅਮਰਪ੍ਰੀਤ ਸਿੰਘ ਕਹਿ ਰਿਹਾ ਪਾਕਿਸਤਾਨ ਲੋਸਟ ਸੈਵਰਲ ਫਾਈਟਰ ਜੈਟਸ ਇਨ ਆਪਰੇਸ਼ਨ ਸੰਦੂਰ। ਸੈਵਰਲ ਜਿਵੇਂ ਦਰਜਨਾਂ ਪਾਕਿਸਤਾਨ ਦੇ ਜੈਟ ਅਸੀਂ ਉਡਾ ਦਿੱਤੇ। ਹੁਣੇ ਬੜੀ ਖਤਰਨਾਕ ਗੱਲ ਹੈ डिफेंस मिनिस्टर ਦਾ ਇਸ ਕਿਸਮ ਦਾ ਕਹਿਣਾ ਕਿ ਜੀ ਜੇ ਪਾਕਿਸਤਾਨ ਨੇ ਕੋਈ ਹਰਕਤ ਕੀਤੀ ਹੋ, ਕੁਝ ਹਰਕਤਾਂ ਤਾਂ ਤੁਸੀਂ ਕਰ ਰਹੇ ਹੋ, ਤੇ ਫਿਰ ਅਸੀਂ ਉਹਨਾਂ ਨੂੰ ਭੂਗੋਲ ਤੋਂ ਹੀ ਮਿਟਾ ਦੇਵਾਂਗੇ, ਯਾਨੀ ਅਸੀਂ ਭੂਗੋਲ ਵੀ ਜੀਓਗ੍ਰਾਫੀ ਵੀ ਚੇਂਜ ਕਰ ਦੇਵਾਂਗੇ ਤੇ ਹਿਸਟਰੀ ਵੀ ਚੇਂਜ। ਮਤਲਬ ਇਹ ਹੈ ਕਿ ਵੀ ਪਾਕਿਸਤਾਨ ਦਾ ਭੋਗ ਪਾ ਦੇਵਾਂਗੇ। Indian Army Chief General Upinder Dwivedi issued a sharp warning to Pakistan, saying that if it continues state-sponsored terrorism, it may have to reconsider its place on the world map. ਫੀਲਡ ਮਾਰਸ਼ਲ ਆਸਮ ਮੁਨੀਰ ਉਹਨਾਂ ਨੇ ਕਿਹਾ ਵੀ ਜੇ ਇੰਡੀਆ ਨੇ ਹੁਣ ਕੋਈ ਐਸੀ ਕੋਸ਼ਿਸ਼ ਕੀਤੀ ਔਰ ਸਾਡੀ ਐਗਜ਼ਿਸਟੈਂਸ ਨੂੰ ਖਤਰਾ ਹੋਇਆ ਤੇ ਫਿਰ ਅਸੀਂ 2 ਬਿਲੀਅਨ ਲੋਕਾਂ ਨੂੰ ਨਾਲ ਲੈ ਕੇ ਜਾਵਾਂਗੇ। ਇਸ ਵੇਲੇ 'ਚ डिफेंस मिनिस्टर ਵੱਲੋਂ ਫੌਜੀ ਚੀਫ ਵੱਲੋਂ ਇਸ ਕਿਸਮ ਦੀ ਭੜਕਾਊ ਬਿਆਨਬਾਜ਼ੀ ਔਰ ਟੈਂਪਰੇਚਰ ਰਾਈਜ਼ ਕਰਨਾ, ਮੈਨੂੰ ਲੱਗਦਾ ਹੈ ਕਿ ਵੀ ਇਹ ਹਲਕੇ ਜਿਵੇਂ ਹਲਕ ਕਿਸੇ ਨੂੰ ਚੰਬੜਿਆ ਹੁੰਦਾ ਹੈ, ਇਸ ਕਿਸਮ ਦੀ ਜੇ ਦਿਲਵਦੀ ਇਹਨਾਂ ਨੇ ਕੀਤੀ ਤਾਂ ਫਿਰ ਇਸ ਵਾਰ ਉਹ ਜੋ ਕੁਛ ਹੋਏਗਾ ਉਹ ਸ਼ਾਇਦ ਇਹਨਾਂ ਬ੍ਰਾਹਮਣਵਾਦੀਆਂ ਦੀ ਹੋਸ਼ੋ ਹਵਾਸ਼ ਵੀ ਕਾਇਮ ਨਾ ਰਹਿਣ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब अर्ज मैं ਤੁਹਾਡੀ ਹੋਸਟ ਨੀਲਮ ਕੌਰ। ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀਰਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀਰਾ ਸਾਹਿਬ, ਅੱਜ 3 ਅਕਤੂਬਰ 2025 1900 ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਬਸਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਤਰ੍ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਲਬਰਨ ਆਸਟ੍ਰੇਲੀਆ ਤੋਂ ਇੱਕ ਗੁਰਸਿੱਖ ਵੱਲੋਂ। ਸੋ ਉਹਨਾਂ ਨੇ ਆਪਣਾ ਨਾਮ ਗੁਪਤ ਰੱਖਣ ਲਈ ਕਿਹਾ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਵਿਊਅਰਸ ਨੂੰ ਜਾਪਦਾ ਹੈ ਕਿ ਹਾਰੇ ਹੋਏ ਬੇਸ਼ਰਮ ਭਾਰਤੀ ਹਾਕਮਾਂ ਵੱਲੋਂ ਪਾਕਿਸਤਾਨ ਦੇ ਖਿਲਾਫ ਜੰਗ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਪਿਛਲੇ ਦਿਨੀ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪਾਕਿਸਤਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣ ਦੀ ਧਮਕੀ ਦਿੱਤੀ ਗਈ ਹੈ ਤੇ ਅੱਜ ਭਾਰਤ ਦੇ ਫੌਜੀ ਚੀਫ ਨੇ ਵੀ ਲਗਭਗ ਇਸ ਜ਼ੁਬਾਨ ਦਾ ਇਸਤੇਮਾਲ ਕਰਦਿਆਂ ਬੜੀ ਘਟੀਆ ਤੇ ਭੜਕਾਊ ਬਿਆਨਬਾਜ਼ੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਕੱਲ੍ਹ ਦਾ ਜਿਹੜਾ ਪ੍ਰੋਗਰਾਮ ਖਾਸ ਤੌਰ ਤੇ ਕਸ਼ਮੀਰ, ਆਜ਼ਾਦ ਕਸ਼ਮੀਰ 'ਚ ਜੋ ਕੁਝ ਚੱਲ ਰਿਹਾ ਉਸ ਬਾਰੇ ਕੀਤਾ ਸੀ, ਉਸ ਦੀ ਸਾਨੂੰ ਕਸ਼ਮੀਰੀ ਭੈਣਾਂ ਭਰਾਵਾਂ ਵੱਲੋਂ ਤਾਂ ਬਹੁਤ ਪੋਜ਼ਿਟਿਵ ਇਨਪੁਟ ਮਿਲੀ ਹੈ ਔਰ ਈਵਨ ਜਿਹੜੇ ਪਾਕਿਸਤਾਨੀ ਵੀਰ ਭੈਣਾਂ ਨੇ ਉਹਨਾਂ ਨੂੰ ਵੀ ਇਸ ਗੱਲ ਨੇ ਕਾਇਲ ਕੀਤਾ
ਕਿ ਜਿਹੜੀ ਸਿਚੁਏਸ਼ਨ ਆਲ ਆਫ ਅ ਸਡਨ ਬਣ ਗਈ, ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਦੀ ਫੇਲਿਅਰ ਹੈ। ਹੁਣ ਜਦੋਂ ਬਾਕੀ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ, 2 ਮੰਗਾਂ ਦੇ ਉੱਤੇ ਜਿਹੜਾ ਉਹ ਆਪਸੀ ਚੱਲ ਰਿਹਾ, ਕਿਉਂਕਿ ਉਹਦੇ ਲਈ ਲੈਜਿਸਲੇਚਰ ਰਾਹੀਂ ਪਾਸ ਹੋਣਾ ਜ਼ਰੂਰੀ ਹੈ। ਸੋ ਇਹੀ ਸੋਲਿਊਸ਼ਨ 10 ਦਿਨ ਪਹਿਲਾਂ ਵੀ ਕੱਢਿਆ ਜਾ ਸਕਦਾ ਸੀ। ਸੋ ਮੈਨੂੰ ਇਹ ਚੰਗਾ ਲੱਗਾ, ਹਾਲਾਂਕਿ ਮੇਰਾ ਇਹ ਕੱਲ੍ਹ ਅਪਰੋਚ ਕ੍ਰਿਟੀਕਲ ਸੀ, ਲੇਕਿਨ ਇਸ ਨੂੰ ਦੋਨੋਂ ਪਾਸਿਓਂ ਹੀ ਜਿਹੜੇ, ਕਿਉਂਕਿ ਬਹੁਤ ਵੱਡਾ ਆਜ਼ਾਦ ਕਸ਼ਮੀਰ ਦਾ ਡਾਇਸਪੋਰਾ ਬਾਹਰਲੇ ਮੁਲਕਾਂ 'ਚ ਹੈ। ਆਲਮੋਸਟ 2 ਮਿਲੀਅਨ ਦੇ ਕਰੀਬ ਜਿਹੜੇ ਕਸ਼ਮੀਰੀ ਨੇ ਉਹ ਬਾਹਰ ਨੇ, ਔਰ ਉਹਨਾਂ ਦਾ ਵੀ ਜਿਹੜਾ ਬਿਲਕੁਲ ਕਨੈਕਸ਼ਨ ਟੁੱਟਣਾ ਸੀ ਪਿੱਛੇ, ਕਿਉਂਕਿ ਇੰਟਰਨੈਟ ਬੰਦ ਸੀ, ਫੋਨ ਸਰਵਿਸ ਡਿਸਰਪਟ ਸੀ, ਔਰ ਇੱਕ ਖੌਫ ਜਿਹਾ ਦਾ ਮਾਹੌਲ ਵੀ ਸੀ। ਲੇਕਿਨ ਉਹਨਾਂ ਨੇ ਵੀ ਇੱਕ ਬੈਲੈਂਸ ਰੱਖਿਆ। ਉਹਨਾਂ ਨੇ ਰਿਪੀਟਡਲੀ ਇਹ ਕਿਹਾ ਕਿ ਸਾਡਾ ਪਾਕਿਸਤਾਨ ਦੀ ਜਿਹੜਾ ਆਵਾਮ ਦੇ ਨਾਲ, ਔਰ ਪਾਕਿਸਤਾਨ ਸਾਡਾ ਜਿਹੜਾ ਉਸਨੂੰ ਅਸੀਂ ਮੁਹੱਬਤ ਕਰਦੇ ਹਾਂ, ਪਰ ਸਾਡਾ ਕੰਸਰਨ ਲੋਕਲ ਜਿਹੜੀ ਹਕੂਮਤ ਹੈ, ਜਿਸ ਦੇ ਵਿੱਚ ਜਿਹੜਾ ਬਹੁਤ ਲੰਬੀ ਚੌੜੀ ਉਹਨਾਂ ਦੀ ਕੈਬਨਿਟ ਹੈ, ਔਰ ਕਰਪਟ ਪ੍ਰੈਕਟਿਸਿਸ ਦਾ ਵੀ ਜ਼ਿਕਰ ਹੈ, ਔਰ ਦੂਸਰੀਆਂ ਚੀਜ਼ਾਂ ਵੀ। ਸੋ ਇਸ ਵੇਲੇ ਗੱਲਬਾਤ ਦਾ ਦੂਸਰਾ ਦੌਰ ਚੱਲ ਰਿਹਾ, ਔਰ ਅਸੀਂ ਹੋਪ ਕਰਦੇ ਹਾਂ ਕਿ ਇਹ ਜਿਹੜਾ ਬਿਲਕੁਲ ਪ੍ਰੋਪਰ ਢੰਗ ਦੇ ਨਾਲ ਕਨਕਲੂਡ ਹੋਏਗੀ ਗੱਲਬਾਤ, ਔਰ ਇਹ ਜਿਹੜਾ ਸਾਰਾ ਪਾਰਟ ਹੈ ਇਸ ਨੂੰ ਨਜਿੱਠਿਆ ਜਾਏਗਾ। ਇਸ ਮੁੱਦੇ ਦੇ ਉੱਤੇ ਹੀ ਫਰੈਂਡਸ ਆਫ ਕਸ਼ਮੀਰ ਦੀ ਬੀਬੀ ਗਜ਼ਾਲਾ ਹਬੀਬ ਜਿਹੜੇ ਡਾਲਸ ਟੈਕਸਸ ਰਹਿੰਦੇ ਨੇ, ਉਹਨਾਂ ਨਾਲ ਵੀ ਅੱਜ ਮੇਰੀ ਕਾਫੀ ਡਿਟੇਲ ਗੁਫ਼ਤਗੂ ਹੋਈ। ਔਰ ਕੱਲ੍ਹ ਫਾਲਟ ਲਾਈਨਸ ਦੇ ਵਿੱਚ ਵੀਰ ਸੁਖਵਿੰਦਰ ਸਿੰਘ, ਕਿਉਂਕਿ ਉਹਨਾਂ ਦਾ ਸੰਬੰਧ ਰਾਵਲਾਕੋਟ ਆਜ਼ਾਦ ਕਸ਼ਮੀਰ ਨਾਲ ਹੈ, ਸੋ ਇਸ ਦੇ ਅੱਡ-ਅੱਡ ਜਿਹੜੇ ਆਸਪੈਕਟ ਨੇ ਉਸ ਦੇ ਉੱਤੇ ਉਹਨਾਂ ਦੇ ਨਾਲ ਕੱਲ੍ਹ ਜਿਹੜੀ ਹੈ ਉਹ ਗੁਫ਼ਤਗੂ ਵੀ ਹੋਏਗੀ। ਸੋ ਅਸੀਂ ਸਾਰੇ ਹੀ ਉਹਨਾਂ ਭੈਣਾਂ ਦਾ, ਭਰਾਵਾਂ ਦਾ ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਤੁਸੀਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿਹਾ ਹੈ, ਜ਼ਾਹਰ ਹੈ ਕਿ ਜਿਹੜੇ ਬਿਲਕੁਲ ਗੁਪਤ ਰਹਿ ਕੇ ਸੇਵਾ ਕਰਦੇ ਨੇ, ਜਿਨ੍ਹਾਂ ਨੂੰ ਮੈਂ ਸਮਝਦਾ ਵੀ ਸਾਡੀ ਜੇ ਸਮੁੱਚੀ ਪੰਥ ਦੀ ਐਕਟੀਵਿਟੀ ਦੀ ਕੋਈ ਰੀੜ੍ਹ ਦੀ ਹੱਡੀ ਨੇ, ਤੇ ਉਹ ਗੁਰਸਿੱਖ ਵੀਰ ਭੈਣਾਂ ਨੇ ਜਿਹੜੇ ਨਿਸ਼ਕਾਮਤਾ ਦੇ ਨਾਲ ਸੇਵਾ ਕਰਦੇ ਨੇ। ਉਹ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਦੇ ਵਿੱਚ ਹੋਏ, ਉਹ ਅਦਰਵਾਈਜ਼ ਹੋਏ, ਕਿਤੇ ਵੀ ਫਾਈਨੈਂਸ਼ੀਅਲ ਹੋਏ, ਔਰ ਈਵਨ ਸਾਡੇ ਨਾਲ ਜਿਹੜੇ ਜੁੜੇ ਹੋਏ ਵੀਰ ਭੈਣਾਂ ਨੇ ਜਿਹੜੇ ਇਹ ਕਹਿਣਗੇ ਕਿ ਅਸੀਂ ਮਦਦ ਜਿਹੜਾ ਉਹ ਕਰਨਾ ਚਾਹੁੰਦੇ ਹਾਂ, ਪਰ ਸਾਡਾ ਤੁਸੀਂ ਨਾ ਲਓ। ਇੱਕ ਤਬਕਾ ਤਾਂ ਥੋੜ੍ਹਾ ਡਰ ਕਰਕੇ ਕਹਿੰਦਾ ਹੈ, ਪਰ ਜਿਹੜਾ ਇੱਕ ਵੱਡਾ ਤਬਕਾ ਹੈ ਉਹ ਸਿਰਫ ਜਿਹੜਾ ਉਹ ਨਿਸ਼ਕਾਮਤਾ ਦੇ ਨਾਲ ਸੇਵਾ ਕਰਨਾ ਚਾਹੁੰਦਾ ਹੈ। ਸੋ ਆਸਟ੍ਰੇਲੀਆ ਦੇ ਵਿੱਚ ਸਾਡੇ ਕਾਫੀ ਵੱਡੀ ਗਿਣਤੀ ਦੇ ਵਿੱਚ ਵਿਊਅਰਸ ਨੇ। ਸਾਡੀ ਆਸਟ੍ਰੇਲੀਆ ਨਿਊਜ਼ੀਲੈਂਡ ਟ੍ਰਿਪ ਤੋਂ ਬਾਅਦ ਉਹਨਾਂ ਦੇ ਵਿੱਚ ਹੋਰ ਵੀ ਵਾਧਾ ਹੋਇਆ, ਔਰ ਇਸ ਵੇਲੇ ਅਮਰੀਕਾ, ਕੈਨੇਡਾ, UK ਤੋਂ ਬਾਅਦ ਆਸਟ੍ਰੇਲੀਆ ਵੱਡਾ ਸਿੱਖ ਐਕਟੀਵਿਟੀਜ਼ ਦਾ, ਪੰਥਕ ਐਕਟੀਵਿਟੀਜ਼ ਦਾ ਸੈਂਟਰ ਹੈ, ਔਰ ਇਹੀ ਕਾਰਨ ਹੈ ਕਿ ਹਿੰਦੂਤਵੀ ਆਰਗੇਨਾਈਜੇਸ਼ਨਾਂ ਵੀ ਉੱਥੇ ਪੂਰੀ ਜਿਹੜੀ ਹੈ ਨੈਗੇਟਿਵਿਟੀ ਕਰਦੀਆਂ ਨੇ। ਔਰ ਉੱਥੇ ਦੇ ਉਹ ਬੇਸ਼ੱਕ ਮੈਲਬਰਨ ਹੋਏ, ਸਿਡਨੀ ਹੋਏ, ਪਰਥ ਹੋਏ, ਬ੍ਰਿਸਬੇਨ ਹੋਏ, ਇਹਨਾਂ ਸਾਰੀਆਂ ਐਡੀਲੇਡ ਹੋਏ, ਇਹਨਾਂ ਸਾਰੀਆਂ ਥਾਵਾਂ 'ਤੇ ਸਾਡੇ ਪੰਥਕ ਐਕਟਿਵਿਸਟ ਵੀਰ ਭੈਣਾਂ ਜਿਹੜੇ ਨੇ ਉਹ ਬੜੇ ਚੰਗੇ ਢੰਗ ਨਾਲ, ਜਿਨ੍ਹਾਂ 'ਚ ਯੰਗਰ ਜਨਰੇਸ਼ਨ ਵੀ ਹੁਣ ਇਨਵੋਲਵ ਹੈ, ਉਹਨਾਂ ਨੇ ਸਿਸਟਮ ਨੂੰ ਸਮਝ ਲਿਆ ਹੈ। ਉਹ ਬੜੀ ਵਿਦਨ ਦਾ ਪੈਰਾਮੀਟਰ ਆਫ ਦਾ ਲਾਅ ਉਹ ਲੌਬੀ ਕਰਦੇ ਨੇ। ਉਹ ਬੇਸ਼ੱਕ ਕੈਨਬਰਾ ਬੇਸਡ MPs ਨਾਲ ਹੋਏ, ਜਾਂ ਆਪਣੇ ਸਟੇਟ ਸੈਨੇਟਰਸ ਜਾਂ ਦੂਸਰਿਆਂ ਦੇ ਨਾਲ ਹੋਏ। ਔਰ ਅਸੀਂ ਦੇਖਾਂਗੇ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ, ਜਿਵੇਂ ਅਮਰੀਕਾ ਦੇ ਵਿੱਚ ਸਿੱਖਾਂ ਨੇ 50 ਤੋਂ ਜ਼ਿਆਦਾ ਮੈਂਬਰ ਸਿੱਖ ਕਾਂਗਰੈਸ਼ਨਲ ਕਾਕਸ ਬਣੀ, ਔਰ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨਸ ਐਕਟਿਵ ਨੇ, ਸਿੱਖ ਫੈਡਰੇਸ਼ਨ ਹੈ, ਔਰ ਵਰਲਡ ਸਿੱਖ ਆਰਗੇਨਾਈਜੇਸ਼ਨ ਤੋਂ, ਔਰ ਉਹਨਾਂ ਤੋਂ ਇਲਾਵਾ ਵੀ ਗੁਰਦੁਆਰਾ ਕਮੇਟੀਆਂ ਔਰ ਬ੍ਰਿਟਿਸ਼ ਕੋਲੰਬੀਆ ਗੁਰਦੁਆਰਿਆਂ ਦਾ ਨੈਟਵਰਕ ਬੜੀ ਸਕਸੈਸਫੁਲੀ ਲੌਬੀ ਕਰਦੇ ਨੇ। ਇਹੀ ਕਾਰਨ ਹੈ ਕਿ ਵੀ ਕੈਨੇਡੀਅਨ ਗਵਰਨਮੈਂਟ ਜਾਂ ਉਹਨਾਂ ਦੀਆਂ ਪੋਲੀਟੀਕਲ ਪਾਰਟੀਆਂ ਹੁਣ ਸਿੱਖਾਂ ਨੂੰ ਫੋਰ ਗ੍ਰਾਂਟਡ ਨਹੀਂ ਲੈ ਸਕਦੀਆਂ। ਉਹਨਾਂ ਦੀ ਹਰ ਐਕਟੀਵਿਟੀ ਨੂੰ ਘੋਖਿਆ ਜਾਂਦਾ ਹੈ, ਵਿਚਾਰਿਆ ਜਾਂਦਾ ਹੈ, ਉਹਨਾਂ ਨੂੰ ਆਨਸਰੇਬਲ ਬਣਾਇਆ ਜਾਂਦਾ ਹੈ। ਇਵੇਂ ਹੀ UK ਦੇ ਵਿੱਚ ਸਿੱਖ ਫੈਡਰੇਸ਼ਨ UK ਔਰ ਵਰਲਡ ਸਿੱਖ ਪਾਰਲੀਮੈਂਟ ਔਰ ਦੂਸਰੇ ਜਿਹੜੇ ਐਕਟਿਵਿਸਟ ਨੇ, ਉਹਨਾਂ ਨੇ ਵੀ, ਜਿਵੇਂ ਇੰਡੀਅਨਸ ਨੇ ਆਪਣੇ ਇੱਕ ਜਰਨਲਿਸਟ ਰਾਹੀਂ ਇਹ ਕੰਪਲੇਨ ਕਰਵਾਈ ਸੀ ਕਿ ਜੀ ਦੇਖੋ ਗੁਰਦੁਆਰਿਆਂ ਦੇ ਵਿੱਚ ਖਾਲਿਸਤਾਨ ਦੇ ਜਿਹੜੇ ਨੇ ਉਹ ਬੈਨਰ ਜਾਂ ਉਹਨਾਂ ਦੇ ਮੋਟੋ ਨਹੀਂ ਲੱਗੇ ਹੋਣੇ ਚਾਹੀਦੇ, ਕਿਉਂਕਿ ਇਹ ਤਾਂ ਚੈਰੀਟੇਬਲ ਸੰਸਥਾ ਹੈ। ਸੋ ਜਿਵੇਂ ਉਹਨਾਂ ਨੇ ਇੱਕ ਸਟੇਜ 'ਤੇ ਗੁਰਦੁਆਰੇ ਦੇ ਪ੍ਰਬੰਧਕ ਵੀ ਪੈਨਿਕ 'ਚ ਹੋਏ, ਉਹਨਾਂ ਨੇ ਵੀ
ਕੰਪਲਾਈ ਕਰਨ ਵੱਲੋਂ ਤੁਰੇ ਸੀ, ਲੇਕਿਨ ਜਿਵੇਂ ਸਿੱਖਾਂ ਨੇ ਇਹਨੂੰ ਹੈਂਡਲ ਕੀਤਾ ਔਰ ਪੁਸ਼ ਬੈਕ ਕੀਤਾ, ਨਤੀਜੇ ਦੇ ਤੌਰ ਤੇ ਉਹ ਇੱਕ ਯਾਰਡ ਸਟਿਕ ਵੀ ਬਣ ਗਿਆ ਬਾਕੀ ਥਾਵਾਂ ਤੇ ਵੀ, ਕਿਉਂਕਿ ਇਹ ਸਾਡੀ ਮੀਰੀ ਪੀਰੀ ਦਾ ਸਿਧਾਂਤ, ਰਾਜਯੋਗ ਦਾ, ਸੰਤ ਸਿਪਾਹੀ ਦਾ, ਇਹ ਸਾਡਾ ਟੈਂਪਰਲ ਐਂਡ ਸਪਿਰਿਚੁਅਲ ਵਰਲਡ ਟੁਗੈਦਰਨੈਸ ਦਾ ਜਿਹੜਾ ਸਾਡਾ ਕਾਨਸੈਪਟ ਹੈ, ਇਹਦੇ ਚੋਂ ਹੀ ਸਾਡੀ ਪੋਲੀਟੀਕਲ ਸੋਵਰਨਿਟੀ ਦਾ ਕਾਨਸੈਪਟ ਵੀ ਜਿਹੜਾ ਅੱਜ ਦੇ ਕੰਟੈਕਸਟ 'ਚ ਖਾਲਿਸਤਾਨ ਹੈ। ਔਰ ਜਦੋਂ ਸਾਡੀ ਤਾਂ ਪ੍ਰੇਅਰ ਹੀ ਪਿਛਲੀਆਂ 3 ਸਦੀਆਂ ਤੋਂ ਅਕਾਲ ਪੁਰਖ ਦੀ ਦਰਗਾਹ 'ਚ ਖਾਲਸਾ ਜੀ ਕੇ ਬੋਲ ਬਾਲੇ ਔਰ ਰਾਜ ਕਰੇਗਾ ਖਾਲਸਾ ਹੁੰਦੀ ਹੈ। ਸੋ ਇਹ ਜਦੋਂ ਤੁਸੀਂ ਇੱਕ ਸਿਸਟਮ ਦੇ ਵਿੱਚ ਵੜ ਕੇ ਉਹ ਸਾਰੇ ਪਾਰਟ ਨੂੰ ਕੰਮ ਕਰਦੇ ਹੋ ਔਰ ਹੌਲੀ ਹੌਲੀ ਇਹ ਓਵਰਨਾਈਟ ਨਹੀਂ ਹੁੰਦਾ। ਇਸ ਦੇ ਲਈ ਪਹਿਲਾਂ ਅਸੀਂ ਸਿੱਖਦੇ ਹਾਂ ਬਹੁਤ ਕੁਝ, ਪਹਿਲਾਂ ਸਾਨੂੰ ਲੱਗਦਾ ਹੁੰਦਾ ਵੀ ਅਸੀਂ ਇਵੇਂ ਕਰ ਸਕਦੇ ਹਾਂ, ਉਵੇਂ ਕਰ ਸਕਦੇ, ਬਟ ਇਨ ਦਾ ਐਂਡ ਆਫ ਦਾ ਡੇ ਕੰਸਿਸਟੈਂਸੀ, ਸਿਸਟਮ ਨੂੰ ਸਮਝਣਾ ਔਰ ਉਸ ਦੇ ਵਿੱਚ ਜਿਹੜਾ ਸ਼ਾਮਲ ਹੋਣਾ, ਇਹੀ ਕਾਰਨ ਹੈ ਕਿ ਆਸਟ੍ਰੇਲੀਆ ਦੇ ਵਿੱਚ ਉਹ ਫਾਰਮਰਸ ਮੂਵਮੈਂਟ ਦੇ ਵੇਲੇ ਜਿਹੜੀ ਹੈ ਉਹ ਹਮਾਇਤ ਹੋਏ ਐਮਪੀਜ਼ ਦੀ ਔਰ ਸੈਨੇਟਰਸ ਦੀ, ਔਰ ਦੂਸਰੇ ਮੁੱਦਿਆਂ ਦੇ ਉੱਤੇ, ਸਿੱਖ ਇਸ਼ੂਜ਼ ਦੇ ਉੱਤੇ, ਇਹ ਉਹਨਾਂ ਦੀ ਮੈਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਆਸਟ੍ਰੇਲੀਆ ਦੇ ਖਾਸ ਤੌਰ ਤੇ ਨੌਜਵਾਨ ਵੀਰਾਂ ਭੈਣਾਂ ਨੂੰ, ਜਿਹੜੇ ਕਿ ਹਾਲਾਂ ਜਿਹੜੇ ਪੁਰਾਣੇ ਆਏ ਅੱਜ ਤੋਂ 50 ਸਾਲ ਪਹਿਲਾਂ ਜਾਂ 60-70 ਸਾਲ, ਉਹਨਾਂ 'ਚ ਇੱਕ ਤਬਕਾ ਸੀ ਜਿਨ੍ਹਾਂ ਨੂੰ ਕੋਈ ਬਹੁਤਾ, ਜਿਨ੍ਹਾਂ ਦੀ ਦਿਲਚਸਪੀ ਵੀ ਨਹੀਂ ਸੀ, ਕੁਝ ਵਿਰੋਧ ਕਰਨ ਵਾਲੇ ਵੀ ਸੀ, ਪਰ ਹੌਲੀ ਹੌਲੀ ਜਿਹੜੀ 80s ਦੀ ਜਨਰੇਸ਼ਨ ਆਈ ਔਰ ਉਸ ਤੋਂ ਬਾਅਦ ਜਿਹੜੇ ਹੁਣ ਉੱਥੇ ਵੱਡੀ ਗਿਣਤੀ 'ਚ ਸਟੂਡੈਂਟਸ ਔਰ ਦੂਸਰੇ ਵੀ ਆਏ। ਬੇਸ਼ੱਕ ਹੁਣ ਅਮਰੀਕਾ 'ਚ ਇਮੀਗ੍ਰੇਸ਼ਨ ਦੇ ਉੱਤੇ ਰੋਕ ਹੈ, ਕੈਨੇਡਾ 'ਚ ਵੀ ਰਿਸਟ੍ਰੇਨ ਹੋਇਆ, ਆਸਟ੍ਰੇਲੀਆ 'ਚ ਜਿਹੜਾ ਰਿਲੇਟਿਵਲੀ ਅਜੇ ਥੋੜੀ ਜਿਹੀ ਲਿਬਰਟੀ ਹੈ। ਸੋ ਅਸੀਂ ਆਪਣੇ ਵੀਰ ਦਾ ਜਿਹੜੇ ਮੈਲਬਰਨ ਬੇਸਡ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਜਦੋਂ ਅਸੀਂ ਉਸ ਖਿੱਤੇ ਦੀ ਸਿਆਸਤ ਵੱਲ ਦੇਖਦੇ ਹਾਂ, ਗਲੋਬਲ ਕੀ ਚੱਲ ਰਿਹਾ ਹੈ, ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦਾ ਟੈਰਿਫ ਵਾਰਫੇਅਰ ਦਾ ਏਜੰਡਾ ਬਰਾਬਰ ਅੱਗੇ ਚੱਲ ਰਿਹਾ, ਜਿਸ ਦਾ ਭਾਰਤ ਨੂੰ ਕਾਫੀ ਝਟਕਾ ਮਿਲਿਆ। ਇਕੱਲਾ ਇਹੀ ਨਹੀਂ ਕਿ 25% ਟੈਰਿਫ ਲੱਗੀ, 25% ਪਨਿਸ਼ਮੈਂਟ ਲੱਗੀ, ਬਹੁਤ ਵੱਡਾ ਝਟਕਾ H1B ਵੀਜ਼ਿਆਂ ਨੂੰ ਲੈ ਕੇ। ਔਰ ਈਵਨ ਹੁਣ ਤਾਂ ਇੱਕ ਸੈਨੇਟਰ ਅਮਰੀਕਾ 'ਚ ਉਹਨਾਂ ਦਾ ਅੱਜ ਸੀ ਕਿ ਵੀ ਸ਼ੁੱਡ ਅਬੋਲਿਸ਼ H1B ਵੀਜ਼ਾ ਸਿਸਟਮ। ਔਰ ਇਸ ਦੇ ਥੱਲੇ ਭਾਰਤ ਦਾ ਜਿੱਥੇ ਬਹੁਤ ਜ਼ਿਆਦਾ ਰੈਵਨਿਊ, ਜਿਹਦੇ ਥੱਲੇ ਉਹ ਜੌਬ ਮਾਰਕੀਟ, ਔਰ ਦੂਸਰਾ ਪਰ H1B ਦੇ ਥੱਲੇ ਜਿਵੇਂ ਹੇੜਾਂ ਦੀਆਂ ਹੇੜਾਂ ਇੱਧਰ ਤੁਰੀਆਂ ਆਉਂਦੀਆਂ ਸੀ ਸਣੇ ਟੱਬਰਾਂ ਦੇ, ਔਰ ਫਿਰ ਵਿਦਨ ਨੋ ਟਾਈਮ ਗ੍ਰੀਨ ਕਾਰਡ ਵੱਲ ਮੂਵ ਹੋ ਗਿਆ। ਔਰ ਦੂਸਰਾ ਜਿਹਦੇ ਥੱਲੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਉਹ ਪੋਪੂਲੇਸ਼ਨ ਇਨਕਰੀਜ਼ ਸ਼ਾਰਟ ਟਾਈਮ 'ਚ ਹੋਇਆ। ਮੈਂ ਤਾਂ ਦੇਖਦਾ ਕਿ ਜਿੰਨਾ ਸਾਡਾ 100-125 ਸਾਲ ਲੱਗਾ ਕੈਨੇਡਾ ਅਮਰੀਕਾ 'ਚ 1 ਮਿਲੀਅਨ ਦੀ ਗਿਣਤੀ ਬਣਾਉਂਦਿਆਂ, ਤੇ ਇਹਨਾਂ ਨੇ ਪਿਛਲੇ 20 ਸਾਲ ਦੇ ਵਿੱਚ ਜਦੋਂ ਤੋਂ ਇਹਨਾਂ ਨੂੰ ਲਿਬਰਟੀ ਮਿਲੀ, ਇਹਨਾਂ ਨੇ ਸਾਨੂੰ ਆਊਟ ਨੰਬਰ ਕੀਤਾ। ਔਰ ਇੱਥੇ ਬੈਠ ਕੇ ਵੀ ਇਹ ਕੋਈ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਂ UK ਦੇ ਲਾਇਲ ਨਹੀਂ ਨੇ। ਇਹਨਾਂ ਦੀ ਫਸਟ ਲਾਇਲਟੀ ਜਿਹੜੀ ਹੈ ਉਹ ਭਾਰਤ ਮਾਤਾ ਦੇ ਨਾਂ ਥੱਲੇ ਇੱਥੇ ਬੈਠਿਆਂ ਵੀ ਇਸ ਸਿਸਟਮ ਨੂੰ ਵੀ ਇਹਨਾਂ ਨੇ ਪੋਲਿਊਟ ਕੀਤਾ, ਡਰਟੀ ਕੀਤਾ, ਕਰਪਸ਼ਨ ਵੀ ਲਿਆਂਦੀ, ਔਰ ਕਾਸਟ ਸਿਸਟਮ ਵੀ ਲਿਆਂਦਾ, ਨਫ਼ਰਤ ਵੀ ਲਿਆਂਦੀ। ਔਰ ਉਹ ਕੋਈ ਵਿਸਰਜਨ ਕਿਤੇ ਕਰ ਰਹੇ ਨੇ, ਪਾਣੀਆਂ ਨੂੰ ਗੰਦਾ ਕਰ ਰਹੇ ਨੇ, ਕਿਤੇ ਕੋਈ ਹੋਰ ਕਰ ਰਹੇ ਨੇ, ਜਿਹਦਾ ਵਿਰੋਧ ਵੀ ਇੱਕ ਹੱਦ ਹੁੰਦੀ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਮੂਵਮੈਂਟ 'ਚੋਂ ਨਿਕਲ ਕੇ ਟਰੰਪ ਪ੍ਰੈਜ਼ੀਡੈਂਟ ਬਣਦੇ ਨੇ, ਤੇ ਜਿਹੜਾ ਸਭ ਤੋਂ ਜ਼ਿਆਦਾ ਫੋਕਸ ਅਮਰੀਕਨ ਪੜ੍ਹਿਆਂ ਲਿਖਿਆਂ ਦਾ ਵੀ ਸੀ, ਕਿਉਂਕਿ ਔਨ ਦਾ ਨੈਟ ਦੂਜੇ, ਉਹ ਭਾਰਤ 'ਤੇ ਹੀ ਹੋਇਆ, ਕਿਉਂਕਿ ਸਭ ਤੋਂ ਜ਼ਿਆਦਾ ਵਿਜ਼ੀਬਿਲਟੀ ਔਰ ਜਿਸ ਲੈਵਲ 'ਤੇ ਕਰਪਸ਼ਨ ਔਰ ਸਿਸਟਮ ਦੇ ਵਿੱਚ ਕਿਸ ਕਿਸਮ ਦੇ ਫਰਾਡ, ਕਿੰਨੇ ਵੱਡੇ ਵੱਡੇ ਸਕੈਮ ਸਾਹਮਣੇ ਆਏ, ਜਿਨ੍ਹਾਂ 'ਚ ਤੁਹਾਨੂੰ ਮਿਲਣਗੇ ਵੀ ਹੇੜਾਂ ਦੀਆਂ ਹੇੜਾਂ ਇਹਨਾਂ ਦੀਆਂ ਹੀ, ਗੁਜਰਾਤੀਆਂ ਦੀਆਂ ਔਰ ਦੂਸਰਿਆਂ ਦੀਆਂ ਨੇ। ਸੋ ਇਸ ਸਭ ਨੂੰ ਦੇ ਚੱਲਦੇ ਆ, ਕਿਉਂਕਿ ਇਸ ਵੇਲੇ ਅਮਰੀਕਾ ਦੇ ਸਾਹਮਣੇ ਭਾਰਤ ਬਿਲਕੁਲ ਜਿਵੇਂ ਉਹ ਕੋਈ ਮਰਿਆ ਬੱਚਾ ਹੁੰਦਾ ਹੈ ਉਸ ਵਾਂਗ ਬਿਹੇਵ ਕਰ ਰਿਹਾ। ਉਹਨਾਂ ਦਾ ਮੂੰਹ 'ਚੋਂ ਨਿਕਲਦਾ ਵੀ ਨਹੀਂ ਹੈ ਵੀ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਦੂਜਾ, ਪਰ ਕਿਉਂਕਿ ਉਹਨਾਂ ਨੇ ਆਪਣੀ ਕਰਾਊਡ ਨੂੰ, ਜਿਹੜੀ ਹਿੰਦੂਤਵਾ ਦੀ ਕਰਾਊਡ, ਜਿਸ ਨੂੰ ਉਹਨਾਂ ਨੇ ਇਹ ਚੂਰਨ ਖਵਾਇਆ ਲਗਾਤਾਰ ਪਿਛਲੇ 11 ਸਾਲਾਂ ਤੋਂ, ਸਾਡੀ ਸਿਵਲਾਈਜੇਸ਼ਨ, ਸਾਡਾ ਵਿਸ਼ਵ ਗੁਰੂ ਅਸੀਂ ਬਣ ਗਏ, ਤੇ ਮੋਦੀ ਵਰਲਡ ਲੀਡਰ ਬਣ ਗਿਆ, ਤੇ ਫਲਾਣਾ ਹੋ ਗਿਆ। ਹੁਣ ਇਹ ਤਾਂ ਜੋ ਅਮਰੀਕਾ ਦੇ ਹਵਾਲੇ ਨਾਲ ਤਾਂ ਜੋ ਚੱਲ ਹੀ ਰਿਹਾ ਸੀ, ਉਹਨਾਂ ਨੂੰ ਲੱਗਾ ਕਿ ਵੀ
ਜਿਵੇਂ ਕਿਸੇ ਬੁਲੀ ਨੇ ਜਦੋਂ ਰੋਹ ਮਾਰਨਾ ਹੁੰਦਾ ਤੇ ਉਹ ਤਾਕਤਵਰ ਵੱਲ ਤਾਂ ਨਹੀਂ ਜਾਂਦਾ, ਉਹ ਕਿਸੇ ਮਾੜੇ ਜਿਹੜਾ ਸਟੂਡੈਂਟ ਹੈ ਉਹਨੂੰ ਕੁੱਟ ਕੇ ਤੇ ਆਪਣਾ ਰੋਹ ਬਣਾਉਣਾ ਚਾਹੁੰਦਾ। ਸੋ ਭਾਰਤ ਇਹੀ ਸੋਚਦਾ ਸੀ ਕਿ ਵੀ ਸਾਡੇ ਲਈ ਜੇ ਅਸੀਂ ਚੀਨ ਦੇ ਸਾਹਮਣੇ ਵੀ ਜ਼ਬਾਨ ਨਹੀਂ ਖੁੱਲ੍ਹੀ, ਹਾਲਾਂਕਿ ਚੀਨ ਨੇ 2019 ਚ ਇਹਨਾਂ ਨੇ ਜੰਮੂ ਕਸ਼ਮੀਰ ਦਾ ਸਟੇਟਸ ਬਦਲਿਆ, ਖ਼ਤਮ ਕੀਤਾ ਆਰਟੀਕਲ 370, ਯੂਨੀਅਨ ਟੈਰੀਟਰੀ ਬਣਾਇਆ। ਸਾਲ ਵੀ ਨਹੀਂ ਸੀ ਗੁਜ਼ਰਿਆ ਤੇ ਚੀਨ ਨੇ ਢਾਹ ਲਿਆ ਜੂਨ 2020 ਚ ਗਲਵਾਨ ਵੈਲੀ ਚ। ਮੁੱਕਿਆਂ ਥੱਪੜਾਂ ਤੇ ਹਾਕੀਆਂ ਦੇ ਨਾਲ ਹੀ ਜਿਹੜਾ ਉਹਨਾਂ ਨੇ 20 ਇਹਨਾਂ ਦੇ ਮਾਰਤੇ, ਕਿੰਨੇ ਜਿਹੜੇ ਨੇ ਉਹ POW ਬਣਾ ਲਏ ਜਿਹੜੇ ਬਾਅਦ ਦੇ ਵਿੱਚ ਛੱਡੇ। ਹੁਣ ਭਾਰਤ ਨੂੰ, ਔਰ ਅੱਜ ਇੱਕ ਡਿਸਕਸ਼ਨ 'ਚ ਬੜੀ ਖੂਬਸੂਰਤ ਗੱਲ ਆਈ ਕਿ ਵੀ ਉਹਨਾਂ ਨੇ ਕਿਹਾ ਵੀ ਨਿਊਕਲੀਅਰ ਡੈਟਰੈਂਟ, ਇਹ ਲਫ਼ਜ਼ ਬੜਾ ਇਸਤੇਮਾਲ ਹੁੰਦਾ ਹੈ ਕਿ ਜੀ ਇਹ ਜਦੋਂ ਇੱਕ ਵਾਰੀ ਨਿਊਕਲੀਅਰ ਕੋਈ ਪਾਵਰ ਬਣ ਗਈ ਤਾਂ ਫਿਰ ਉਹਦੇ ਨਾਲ ਲੜਾਈ ਦਾ ਚਾਂਸ ਨਹੀਂ ਹੁੰਦਾ, ਉਸਦੇ ਡੈਟਰੈਂਟ ਹੈ। ਤੇ ਉਹ ਐਕਸਪਰਟ ਕਹਿ ਰਿਹਾ ਸੀ, ਕਹਿੰਦਾ ਵੀ ਭਾਰਤ ਕੋਲ ਵੀ ਨਿਊਕਲੀਅਰ ਪਾਵਰ ਹੈ, ਚੀਨ ਵੀ ਹੈ। ਗਲਵਾਨ 'ਚ ਚੀਨ ਨੇ ਕੁੱਟਿਆ ਭਾਰਤ ਨੂੰ ਤੇ ਇਹਨਾਂ ਦਾ ਨਿਊਕਲੀਅਰ ਡੈਟਰੈਂਟ ਕਿੱਥੇ ਗਿਆ? ਕੁੱਟ ਤਾਂ ਲਗਾਤਾਰ ਪਈ। ਫਿਰ ਡੈਪਚੌਂਗ, ਪੈਂਗਸੌਂਗ ਲੇਕ, 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਖੋਈ। ਨਿਊਕਲੀਅਰ ਕਿੱਥੇ ਹੈ? ਵੀ ਇਨ ਦਾ ਐਂਡ ਜਿਹੜੀ ਕਿ ਅੱਜ ਵੀ ਉਸ ਖਿੱਤੇ ਦੇ ਵਿੱਚ ਜਿਹੜੀ ਕਨਵੈਨਸ਼ਨਲ ਵਾਰਫੇਅਰ ਹੈ, ਔਰ ਦੂਸਰਾ ਉਸ ਦੇ ਨਾਲ ਹੀ ਜਾਂ ਵਾਰ ਆਫ ਨਰਵਸ ਹੈ ਵੀ ਚੀਨ ਨੇ ਐਸਾ ਝਰਕਾਇਆ ਕਿ ਵੀ ਉਹ ਨਾਮ ਵੀ ਲੈਣ ਨੂੰ ਤਿਆਰ ਨਹੀਂ। ਮੋਦੀ ਨੇ ਇਹ ਕਿਹਾ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੁਝ ਗਿਆ। ਹੁਣ ਇਸ ਸਾਰੇ ਕੰਟੈਕਸਟ 'ਚ ਉਹਨਾਂ ਨੂੰ ਲੱਗਾ ਕਿ ਵੀ ਕੁਛ ਨਾ ਕੁਛ ਜਿਹੜਾ ਆਪਣੇ ਲੋਕਾਂ 'ਚ ਜਿਹੜੀ ਇੰਨੀ ਮਾਯੂਸੀ ਆਈ ਹੋਈ ਹੈ, ਇਕਨੋਮਿਕਲ ਠੁੱਡ ਮਾਰ ਰਿਹਾ ਟਰੰਪ, ਵੈਸੇ ਜਿਹੜੀ ਹੈ ਉਹ ਬਿਲਕੁਲ ਜਿਹੜੀ ਹੈ ਜ਼ਮੀਨ ਦੇ ਉੱਤੇ ਨੱਕ ਰਗੜਿਆ ਜਾ ਰਿਹਾ ਵੀ ਕੁਛ ਨਾ ਕੁਛ ਤਾਂ ਦਿਖਾਈਏ ਕਿ ਹਮ ਵੀ ਹੋਤੇ ਹੈ। ਉਹਦੇ 'ਚੋਂ ਹੀ ਉਹਨਾਂ ਦਾ 22 ਅਪ੍ਰੈਲ ਦਾ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਨਿਕਲਿਆ। ਲੇਕਿਨ ਜਿਹੜਾ ਵਾਹ ਕਿਸਮਤ ਦਿਆ ਬਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ। ਉਹਦੇ 'ਚ ਉਸ ਪਹਿਲਾਂ ਤਾਂ ਉਹਨੂੰ ਖੁੱਲ੍ਹ ਕੇ ਪ੍ਰਚਾਰਿਆ। ਜੇ ਈਵਨ ਇਸ ਘਟਨਾ ਦੀ FIR ਵੀ ਰਜਿਸਟਰ ਨਹੀਂ ਸੀ ਹੋਈ ਤੇ ਇਹਨਾਂ ਦਾ ਉਹ ਜਿਹੜੇ ਸਾਰੇ ਬਿਠਾਏ ਹੋਏ ਨੇ ਦਰਬਾਰੀ ਮੀਡੀਆ, ਜਿਨ੍ਹਾਂ ਨੂੰ ਜਿਹੜੀਆਂ ਉਹ 3-3 ਫੁੱਟੀਆਂ ਐਂਕਰਾਂ 6-6 ਫੁੱਟ ਉੜਕਦੀਆਂ ਉੱਪਰ ਨੂੰ ਉਛਲਦੀਆਂ, ਉਹਨਾਂ ਨੇ ਕਿ ਪਾਕਿਸਤਾਨ ਪਾਕਿਸਤਾਨ ਪਾਕਿਸਤਾਨ, ਔਰ ਐਸਾ ਮਾਹੌਲ ਕ੍ਰੀਏਟ ਕਰਤਾ ਜਿਵੇਂ ਕਿਸੇ ਨੇ ਕਿਹਾ ਵੀ ਐਂ ਲੱਗਦਾ ਸੀ ਕਿ ਵੀ ਫੌਜਾਂ ਨਹੀਂ ਲੜਨਗੀਆਂ, ਇਹੀ ਐਂਕਰ ਹੀ ਲੜਨਗੇ, ਇਹੀ ਪਾਕਿਸਤਾਨ ਨੂੰ ਫਤਹ ਕਰਨਗੇ, ਜਿਸ ਕਿਸਮ ਦਾ ਮਾਹੌਲ ਇਹਨਾਂ ਨੇ ਬਣਾਇਆ। ਸੋ 22 ਅਪ੍ਰੈਲ ਤੋਂ 7 ਮਈ ਤੱਕ ਉਹਨਾਂ ਨੇ ਆਲਮੋਸਟ 2 ਹਫ਼ਤੇ ਆਪਣੇ ਲੋਕਾਂ ਨੂੰ ਪੂਰੇ ਉਸ ਨਫ਼ਰਤ ਦੀ ਅੱਗ ਵਿੱਚ ਸਾੜਿਆ, ਬਦਲੇ ਦੀ ਭਾਵਨਾ ਪੈਦਾ ਕੀਤੀ। ਤਾਂ ਉਹਨਾਂ ਨੂੰ ਲੱਗਦਾ ਸੀ ਕਿ ਵੀ ਹੁਣ ਅਸੀਂ ਇੱਕ ਕਲਾਈਮੈਕਸ ਕ੍ਰੀਏਟ ਕਰ ਦਿੱਤਾ ਔਰ ਉਸ ਚੋਂ ਫਰਦਰ 7, 8, 9, 10 ਮਈ, ਪਰ ਉਹ 4 ਦਿਨ ਭਾਰਤ ਦੇ ਲਈ ਉਹਨਾਂ ਦਾ ਮਹਾਭਾਰਤ ਹੀ ਸਾਬਤ ਹੋਏ। ਮਹਾਭਾਰਤ ਇਸ ਲਈ ਕਿਉਂਕਿ ਜਦੋਂ ਇਹ ਕਿਸੇ ਬਿਗ ਐਪਿਕ ਦੀ ਗੱਲ ਕਰਦੇ ਨੇ, ਜਾਂ ਹੁਣ ਕਿਸੇ ਵੀ ਹਿੰਦੂ ਘਰ ਦੇ ਵਿੱਚ ਮਹਾਭਾਰਤ ਦੀ ਕਥਾ ਨਹੀਂ ਕਰਾਈ ਜਾਂਦੀ। ਰਾਮਾਇਣ ਪੜ੍ਹਦੇ ਨੇ, ਰਾਮਚਰਿਤ ਮਾਨਸ, ਮਹਾਭਾਰਤ ਕਹਿੰਦੇ ਤਾਂ ਨਿਰਾ ਕਲਾ, ਨਿਰੀ ਜੰਗ, ਨਿਰੀ ਲੜਾਈ। ਸੋ ਇਸ ਲਈ ਇਹਨਾਂ ਦਾ ਇਹ ਮਹਾਭਾਰਤ ਬਣ ਗਿਆ ਔਰ ਮਹਾਕਾਲ ਇਹਨਾਂ ਦਾ ਆ ਗਿਆ। ਨਤੀਜਾ ਉਹ ਸਾਹਮਣੇ ਹੈ ਕਿ ਭਾਈ ਪਾਕਿਸਤਾਨ ਦਾ ਰੁਤਬਾ ਇਸਲਾਮਿਕ ਵਰਲਡ 'ਚ ਅਮਰੀਕਾ ਦੀਆਂ ਅੱਖਾਂ 'ਚ ਵਿਦਨ 4 ਵੀਕਸ, ਇਸ 10 ਮਈ ਤੋਂ ਬਾਅਦ ਜੂਨ 5 ਹਫ਼ਤਿਆਂ ਬਾਅਦ ਜੂਨ ਦੇ ਮਿਡਲ ਜਾਂ 21-22 ਜੂਨ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਫੀਲਡ ਮਾਰਸ਼ਲ ਔਰ ਪਾਕਿਸਤਾਨ ਦੇ ਫੌਜੀ ਮੁਖੀ ਆਸਮ ਮੁਨੀਰ ਨੂੰ ਸੱਦ ਲਿਆ ਲੰਚ ਦੇ ਉੱਤੇ। ਔਰ ਉਸ ਤੋਂ ਬਾਅਦ ਕਿੰਨੀਆਂ ਜਿਹੜੀਆਂ ਨੇ ਘਟਨਾਵਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਵੀ ਪਾਕਿਸਤਾਨ ਨਾ ਸਿਰਫ ਅਮਰੀਕਾ ਦਾ ਡਾਰਲਿੰਗ ਬਣਿਆ, ਕਿਉਂਕਿ ਟਰੰਪ ਦੇ ਜਿਨ੍ਹਾਂ ਨੇ ਟਰੰਪ ਦੇ ਕਰੈਕਟਰ ਦਾ ਪ੍ਰੋਫਾਈਲ ਬਣਾਇਆ, ਉਹਨਾਂ ਨੇ ਕਿਹਾ ਇਹ ਜਿੱਤੇ ਨੂੰ ਪਸੰਦ ਕਰਦਾ, ਹਾਰੇ ਨੂੰ ਨਹੀਂ। ਉਹਨਾਂ ਨੇ ਦੇਖਿਆ ਵੀ ਅਸੀਂ ਐਵੇਂ 25 ਸਾਲ ਇੰਡੀਆ ਦੇ ਉੱਤੇ ਇਨਵੈਸਟ ਕਰਦੇ ਰਹੇ ਕਿ ਇਹ ਬੁੱਲ ਵਾਕ ਹੈ ਚਾਈਨਾ ਦੇ ਖਿਲਾਫ। ਚਲੋ ਚਾਈਨਾ ਤੋਂ ਤਾਂ ਕੁੱਟ ਖਾ ਕੇ ਬਹਿ ਗਿਆ, ਇਹ ਤਾਂ ਪਾਕਿਸਤਾਨ ਨੇ ਵੀ ਢਾਹ ਲਿਆ ਇਹਨੂੰ, ਜਿਹੜਾ ਪਾਕਿਸਤਾਨ 6 ਗੁਣਾ ਉਹਨਾਂ ਤੋਂ ਛੋਟਾ ਹੈ ਤੇ ਫੌਜੀ ਬਜਟ ਵੀ ਉਹਨਾਂ ਦਾ 1/6 ਹੈ ਦੈਨ ਜਿਹੜਾ ਇੰਡੀਆ ਦਾ ਡਿਫੈਂਸ ਬਜਟ ਹੈ। ਸੋ ਉਸ ਸਾਰੇ ਨੇ ਗੇਮ ਚੇਂਜ ਕੀਤੀ। ਨਤੀਜੇ ਦੇ ਤੌਰ ਤੇ ਸਾਊਦੀ ਦੇ ਨਾਲ ਪੈਕਟ ਹੋਇਆ, ਜਿਹੜਾ ਮਿਊਚੁਅਲ ਡਿਫੈਂਸ ਪੈਕਟ ਹੈ। ਔਰ ਪਿਛਲੇ ਕੱਲ੍ਹ ਹੀ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਪਾਰਲੀਮੈਂਟ 'ਚ ਕਿਹਾ ਕਿ ਵੀ UN ਜਨਰਲ ਅਸੈਂਬਲੀ ਸੈਸ਼ਨ ਦੇ ਦੌਰਾਨ ਬਹੁਤ ਸਾਰੇ ਹੋਰ ਇਸਲਾਮਿਕ ਮੁਲਕਾਂ ਨੇ ਵੀ ਜਿਹੜਾ ਪਹੁੰਚ ਕੀਤਾ ਕਿ ਇਵੇਂ ਦਾ ਹੀ ਉਹ ਪੈਕਟ ਕਰਨਾ ਚਾਹੁੰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਬਹੁਤ ਜਲਦੀ ਜਿਹੜਾ ਇਹ ਸਾਡਾ ਇਹ ਸਾਰਾ ਦਾਇਰਾਕਾਰ ਹੈ, ਇਹ ਇਸ ਖਿੱਤੇ ਦਾ ਨੈਟੋ ਬਣੇਗਾ। ਨੈਟੋ 'ਚ ਜ਼ਾਹਰ ਹੈ
ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜਿਹੜੀ ਯੂਰਪ ਦੇ ਅਗੇਂਸਟ ਸੋਵੀਅਤ ਯੂਨੀਅਨ ਬਣੀ, ਸੋ ਇਹਨੂੰ ਨੈਟੋ ਆਫ ਦਾ ਈਸਟ ਜਾਂ ਔਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਜਿਹੜਾ ਇੱਕੋ ਇੱਕ ਜੌਹਰੀ ਤਾਕਤ ਹੈ, ਨਿਊਕਲੀਅਰ ਪਾਵਰ ਹੈ ਇਨ ਦਾ ਇਸਲਾਮਿਕ ਕੰਟਰੀਜ਼ 57 ਦੇ ਵਿੱਚ, ਉਹ ਜਿਹੜਾ ਉਹਨਾਂ ਇਸਲਾਮਿਕ ਮੁਲਕਾਂ ਨੂੰ ਵੀ ਲੀਡ ਕਰੇਗਾ 57। ਹੁਣ ਇੱਕ ਪਾਸੇ ਤਾਂ ਇਹ ਪ੍ਰੋਫਾਈਲਿੰਗ ਹੈ ਔਰ ਜਿਹਨੂੰ ਈਵਨ ਉਹਨਾਂ ਦੇ ਜਿਹੜੇ ਥੋੜ੍ਹੇ ਬਹੁਤ ਓਨੈਸਟ ਕਿਸਮ ਦੇ ਐਨਾਲਿਸਟ ਨੇ ਉਹ ਵੀ ਕਬੂਲ ਕਰਦੇ ਨੇ ਕਿ ਭਾਈ ਇਹ ਤਾਂ ਗੇਮ ਚੇਂਜ ਹੋ ਗਈ। ਪਰ ਤੁਸੀਂ ਦੂਸਰੇ ਪਾਸੇ ਜਿਹੜੇ ਝੂਠ ਦੇ ਵਣਜਾਰੇ ਨੇ ਜਿਨ੍ਹਾਂ ਦਾ ਸਾਰਾ ਦਾਰਮਦਾਰ ਝੂਠ ਦੇ ਉੱਤੇ ਹੈ, ਇੱਕ ਤਾਂ ਉਹਨਾਂ ਨੇ ਲਗਾਤਾਰਤਾ ਨਾਲ ਇਹ ਰੱਟ ਜਾਰੀ ਰੱਖੀ ਕਿ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ, ਉਹ ਕੰਟੀਨਿਊ ਹੈ। ਸੋ ਇਹ ਵੀ ਇੱਕ ਜਿਹੜਾ ਆਪਣੇ ਲੋਕਾਂ ਨੂੰ ਦੱਸਣ ਦੇ ਲਈ। ਅੱਛਾ, ਸੈਕੰਡਲੀ ਇਹ ਕਿ ਜੀ ਅਸੀਂ ਜਿੱਤੇ, ਅਸੀਂ ਪਾਕਿਸਤਾਨ ਦੇ ਇੰਨੇ ਤਬਾਹ ਕਰਤੇ। ਜਿਹੜਾ ਜੇ ਮੀਡੀਆ ਦੀ ਗੱਲ ਕਰੀਏ, ਉਹਨਾਂ ਦਾ ਦਰਬਾਰੇ, ਉਹਨਾਂ ਦਾ ਤਾਂ ਕਰਾਚੀ ਤੇ ਕਬਜ਼ਾ ਕਰ ਲਿਆ, ਲਾਹੌਰ ਤੇ ਕਰ ਲਿਆ, ਇਸਲਾਮਾਬਾਦ 'ਚ ਜਾ ਕੇ ਉਹਨਾਂ ਨੇ ਚਾਹ ਪੀਤੀ, ਉਹ ਤਾਂ ਹੈ। ਪਰ ਹੁਣ ਤੱਕ ਵੀ ਉਹ ਲਗਾਤਾਰਤਾ ਨਾਲ, ਔਰ ਜਿਸ ਇਹ ਉਵੇਂ ਹੀ ਹੈ ਜਿਹੜਾ ਬੰਦਾ ਝੂਠਾ ਹੁੰਦਾ ਹੈ ਉਹਨੂੰ ਬਾਰ-ਬਾਰ, ਕਿਉਂਕਿ ਚਾਣਕਿਆ ਦੇ ਪੁੱਤਰ ਨੇ, ਇਹਨਾਂ ਨੂੰ ਲੱਗਦਾ ਵੀ ਇਹ ਝੂਠ ਵੇਚੀ ਜਾਓ, ਬਾਰ-ਬਾਰ ਰਿਪੀਟ ਕਰੋ, ਕੋਈ ਤਾਂ ਯਕੀਨ ਕਰੇਗਾ ਹੀ ਕਿਸੇ ਵੇਲੇ। ਹੁਣ ਉਸ ਸਾਰੇ ਦੇ ਚੱਲਦਿਆਂ ਇੱਕ ਪਾਸੇ ਫੌਜ ਨੂੰ ਵਧਾਈਆਂ ਦੇਣ ਦਾ ਕਿ ਜੋ ਆਪਰੇਸ਼ਨ ਸੰਦੂਰ ਬਹੁਤ ਕਾਮਯਾਬ, 에ਅਰ ਫੋਰਸ ਇਹ ਉਹ। ਹੁਣ ਜਦੋਂ ਪਾਕਿਸਤਾਨ ਨੇ ਤਾਂ ਵੇਰਵੇ ਦਿੱਤੇ ਔਰ ਟਰੰਪ ਨੇ ਜਦੋਂ ਇਹ ਕਿਹਾ ਕਿ ਵੀ 7 ਜਹਾਜ਼ ਡਿੱਗ ਪਏ ਸੀ, ਪੈਨਿਕ ਸੀ, ਬਹੁਤ ਤਬਾਹੀ ਹੋਣੀ ਸੀ, ਲੱਖਾਂ ਜ਼ਿੰਦਗੀਆਂ ਜਾਣੀਆਂ ਸੀ, ਔਰ ਮੈਂ ਇੰਟਰਵੀਨ ਕੀਤਾ ਦੋਨਾਂ ਦਾ ਔਰ ਸੀਜ਼ ਫਾਇਰ ਕਰਾਇਆ। 50 ਵਾਰ ਤੋਂ ਜ਼ਿਆਦਾ ਉਹ ਕਹਿ ਚੁੱਕੇ ਨੇ। ਹੁਣ ਵੀ ਜਿਹੜੇ 700 ਦੇ ਕਰੀਬ ਜਿਨ੍ਹਾਂ 'ਚ ਆਲਮੋਸਟ ਕਿੰਨੇ ਜਿਹੜੇ ਨੇ 200-300 ਉਹਨਾਂ ਦੇ 4 ਸਟਾਰ ਜਨਰਲ ਔਰ ਵੱਡੇ ਵੱਡੇ ਬ੍ਰਿਗੇਡੀਅਰ ਔਰ ਦੂਜੇ ਲੈਵਲ ਦੇ ਲੋਕ ਸੀ, ਉਹਨਾਂ ਦੇ ਇਕੱਠ 'ਚ ਵੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਦੁਹਰਾਇਆ ਕਿ ਲੱਖਾਂ ਜ਼ਿੰਦਗੀਆਂ ਹੈ। ਉਹਨਾਂ ਨੇ ਤਾਂ ਆਸਮ ਮੁਨੀਰ ਨੂੰ ਕੋਟ ਕੀਤਾ ਵੀ ਉਹਨੇ, ਉਹ ਜਿਹੜਾ ਨਫੀਸ ਬੰਦਾ ਹੈ, ਉਹਨੇ ਬਹੁਤ ਥੈਂਕ ਯੂ ਕੀਤਾ ਵੀ ਤੁਸੀਂ ਲੱਖਾਂ ਜ਼ਿੰਦਗੀਆਂ ਬਚਾਈਆਂ। ਹੁਣ ਇੱਕ ਪਾਸੇ ਤਾਂ ਉਸ ਨੈਰੇਟਿਵ ਨੂੰ, ਔਰ ਪਾਕਿਸਤਾਨ ਦਾ ਜਦੋਂ ਇਹ ਜੰਗ ਚੱਲ ਵੀ ਰਹੀ ਸੀ ਉਹ ਤਾਂ 24 ਆਵਰ ਉਹਨਾਂ ਦੀ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ ISPR, ਉਹ ਬਰੀਫਿੰਗ ਦੇ ਰਹੇ ਸੀ, ਡੀਟੇਲਸ ਵੀ ਦਿੱਤੀਆਂ, ਪਿੱਛੇ ਉਹਨਾਂ ਨੇ ਟੇਲ ਨੰਬਰ ਵੀ ਦਿੱਤੇ ਜਿਹੜੇ ਜਹਾਜ਼ ਉਹਨਾਂ ਦੇ ਰਾਫੇਲ ਪਲੱਸ ਦੂਸਰੇ ਉਹਨਾਂ ਨੇ ਸੁੱਟੇ ਨੇ। ਔਰ ਇਹਨਾਂ ਦੇ ਉੱਤੇ ਲਗਾਤਾਰ ਇਹ ਸਵਾਲ ਉੱਠ ਰਿਹਾ ਸੀ ਕਿ ਵੀ ਤੁਸੀਂ ਬੋਲੇ ਨਹੀਂ, ਤੁਸੀਂ ਤਾਂ ਦੱਸਿਆ ਵੀ ਨਹੀਂ ਹੈ। ਹੁਣ ਪਹਿਲਾਂ ਤਾਂ ਇੱਕ ਉਹ ਬਦਸ਼ਕਲ ਜਿਹਾ ਜਿਹਨੂੰ 에ਅਰ ਚੀਫ ਮਾਰਸ਼ਲ ਬਣਾਇਆ ਹੋਇਆ ਇਹਨਾਂ ਨੇ, ਹੁਣ ਉਹਦੇ ਨਾਂ ਨਾਲ ਵੀ ਅਮਰ ਲੱਗਾ ਹੋਇਆ, ਮੈਨੂੰ ਕਹਿਣਾ ਅਮਰਪ੍ਰੀਤ ਸਿੰਘ ਦੇ ਥੱਲੇ ਦਾੜੀ ਕੱਟਾ ਬਦਸ਼ਕਲ, ਉਹਨੂੰ ਪਹਿਲਾਂ ਤਾਂ ਇਹੀ ਹੈ ਜਿਹਨੇ ਜਦੋਂ ਇਮੀਡੀਏਟਲੀ ਇਹਨਾਂ ਦੀ ਡਿਫੀਟ ਹੋਈ ਉਦੋਂ ਇਹਨੇ ਕਿਹਾ ਸੀ ਜੀ ਕਿ ਸਾਨੂੰ ਤਾਂ ਕੋਈ ਸਰਕਾਰ ਨੇ ਜਿਹੜਾ ਆਹ ਪ੍ਰੋਜੈਕਟ ਸੀ, ਆਹ ਕਰਨਾ ਸੀ ਪੂਰਾ, ਉਹ ਵੀ ਨਹੀਂ ਕੀਤਾ, ਇਹ ਵੀ ਨਹੀਂ ਕੀਤਾ, ਕਿਉਂਕਿ ਇਹਨੂੰ ਸੀ ਕਿ ਵੀ ਸਭ ਤੋਂ ਲੜਾਈ ਤਾਂ ਜ਼ਿਆਦਾ ਮਿਸਲ ਔਰ ਡਰੋਨ ਵਾਰਫੇਅਰ ਹੋਈ 에ਅਰ ਫੋਰਸ ਦੀ ਸੀ, ਗਰਾਊਂਡ ਟਰੂਪਸ ਤਾਂ ਮੂਵ ਨਹੀਂ ਕੀਤੇ। ਸੋ ਜਿਹੜੇ ਪਾਕਿਸਤਾਨ ਸਾਈਡ ਦੇ 에ਅਰ ਫੋਰਸ ਚੀਫ ਲਾਸਟ ਨੇਮ ਸਿੱਧੂ, ਵਿਕਟਰੀ ਤਾਂ ਉਹਨਾਂ ਦੀ ਸਟ੍ਰੈਟਜੀ ਦੀ ਸੀ ਤੇ ਇੱਧਰ ਇਹਦੀ ਫੇਲਿਅਰ ਸੀ। ਹੁਣ ਬਜਾਏ ਕਿ ਇਹਨੂੰ ਡਿਸਮਿਸ ਕਰਦੇ ਜਾਂ ਇਸ ਨੂੰ ਪਾਸੇ ਕਰਦੇ ਵੀ ਤੂੰ ਤਾਂ ਬਿਲਕੁਲ ਫੇਲ ਹੋਇਆ, ਉਹਨਾਂ ਨੇ ਇਹਨੂੰ ਕਿਹਾ ਵੀ ਤੂੰ ਸਾਡਾ ਝੂਠ ਬੋਲੀ ਜਾ ਤੇ ਬੈਠਾ ਰਹਿ। ਔਰ ਇਹ ਜਦੋਂ ਬੋਲਦਾ ਵੀ ਹੈ ਮੂੰਹ ਤਾਂ ਇਸ ਦਾ ਬਿਲਕੁਲ ਇਹ ਲੱਗਦਾ ਕਿ ਵੀ ਇਹ ਵੀ ਇਹਨਾਂ ਦਾ ਹੀ ਜਿਹੜਾ RSS ਨਹੀਂ, ਉਹਨੂੰ ਮੁੜ ਕੇ ਟਿਕਟ ਵੀ ਦੇਣੀ ਹੋਣੀ ਹੈ, ਕਿਤੇ ਕੋਈ ਪ੍ਰੋਮਿਸ ਵੀ ਕਰਤਾ ਹੋਣਾ ਤੁਹਾਨੂੰ ਗਵਰਨਰ ਲਾ ਦਿਆਂਗੇ, ਡਟ ਕੇ ਜਿਹਨੂੰ ਕਹਿੰਦੇ ਨੇ ਬੇਸ਼ਰਮੀ ਨਾਲ ਝੂਠ ਬੋਲ ਰਿਹਾ। ਔਰ ਅੱਜ ਪਹਿਲਾਂ ਤਾਂ ਇਹਨਾਂ ਨੇ ਉਹਦੇ ਤੋਂ ਪ੍ਰੈਸ ਕਾਨਫਰੰਸ ਕਰਵਾਈ, ਹਾਲਾਂ ਪਹਿਲਾਂ ਖੁਦ ਹੀ ਜਿਹੜਾ ਇਹ ਕਹਿ ਚੁੱਕਾ ਸੀ ਜੀ ਆਹ ਚੀਜ਼ ਸਾਡੀ ਪੂਰੀ ਨਹੀਂ ਸੀ ਹੋਈ। ਕਿੰਨਿਆਂ ਨੇ ਕਿਹਾ ਜੀ ਸਾਡੇ ਹੱਥ ਬੰਨੇ ਹੋਏ ਸੀ, ਕਿਸੇ ਨੇ ਕਿਹਾ ਕਿ ਜੀ ਸਾਡਾ ਇਹਨਾਂ ਦੇ ਸਿੰਗਾਪੁਰ ਬੇਸਡ, ਇੰਡੋਨੇਸ਼ੀਆ ਬੇਸਡ। ਹੁਣ ਇਹ ਅਮਰਪ੍ਰੀਤ ਸਿੰਘ ਕਹਿ ਰਿਹਾ ਪਾਕਿਸਤਾਨ ਲੋਸਟ ਸੈਵਰਲ ਫਾਈਟਰ ਜੈਟਸ ਇਨ ਆਪਰੇਸ਼ਨ ਸੰਦੂਰ, ਸੈਵਰਲ ਜਿਵੇਂ ਦਰਜਨਾਂ ਪਾਕਿਸਤਾਨ ਦੇ ਜੈਟ ਅਸੀਂ ਉਡਾ ਦਿੱਤੇ, ਅਸੀਂ ਉਹਨਾਂ ਦੇ ਰਡਾਰ, ਕਮਾਂਡ ਐਂਡ ਕੰਟਰੋਲ ਸੈਂਟਰ ਔਰ ਚਾਈਨਾ ਮੇਡ JF-17 ਜੈਟਸ, ਇਹ ਸਾਰੇ ਜਿਹੜੇ ਨੇ ਅਸੀਂ ਤਬਾਹ ਕਰਤੇ। ਔਰ ਅਸੀਂ ਜਿਹੜਾ ਹੁਣ ਜਿਹੜਾ ਆਪਣਾ ਰੋਡ ਮੈਪ ਬਣਾ ਰਹੇ ਹਾਂ ਉਹ 2047 ਦੇ ਲਈ ਹੈ। ਸਾਡੀ ਜਿਹੜੀ ਹੈ 에ਅਰ ਫੋਰਸ ਉਹ ਆਪਣੀ ਤਿਆਰੀ ਕਰ ਰਿਹਾ, ਫਿਊਚਰ 에ਅਰ ਫੋਰਸ ਫਿਊਚਰ ਪਲਾਨਸ ਅੰਡਰ ਰੋਡ ਮੈਪ 2047 ਐਂਡ ਪ੍ਰਪੋਜ਼ਡ ਇੰਡੀਜਨਸ ਸੁਦਰਸ਼ਨ ਚੱਕਰਾ 에ਅਰ ਡਿਫੈਂਸ 2047। ਇਹ ਵੀ ਤੁਸੀਂ ਬ੍ਰਾਹਮਣ ਦਾ ਮਾਈਂਡ ਸੈਟ ਦੇਖੋ, ਇੱਥੇ ਲੋਕਾਂ ਨੂੰ ਗੁਰਬਤ 'ਚ ਰੱਖਿਆ ਹੋਇਆ। 80 ਕਰੋੜ ਜਿਹੜੇ ਨੇ ਉਹਨਾਂ ਨੂੰ 5 ਕਿਲੋ ਆਟਾ ਚੌਲ ਮਿਲਦਾ ਤਾਂ ਉਹਨਾਂ ਦੇ ਚੁੱਲ੍ਹੇ ਤੇ ਰੋਟੀ ਪੱਕਦੀ ਹੈ।
ਦੇਵਤਾ ਵੀ ਉਹਨਾਂ ਦਾ ਬਣਾ ਦਿੱਤਾ ਹੋਇਆ ਦਰਿਦਰ ਨਾਰਾਇਣ, ਵੀ ਤੁਹਾਡੇ ਇਸ ਲਈ ਦਰਿਦਰ ਗਰੀਬੀ ਹੈ, ਤੁਸੀਂ ਇਹਦੀ ਪੂਜਾ ਕਰੋ। ਪਰ ਉਹ ਮੰਦਰਾਂ ਦਾ ਦੂਜੇ ਉਹ ਸਭ ਪੱਥਰ ਦੇ ਭਗਵਾਨ ਬਣਾਏ ਹੋਏ ਨੇ ਕਿ ਬੈਕੁੰਠ ਦੇ ਵਿੱਚ ਤੁਹਾਨੂੰ ਥਾਂ ਦੇਵਾਂਗੇ, ਵੀ ਇੱਥੇ ਤਾਂ ਤੁਹਾਡੇ ਪੱਲੇ ਕੁਛ ਨਹੀਂ ਹੈ, ਇੱਥੇ ਤਾਂ ਤੁਸੀਂ ਗਰੀਬੀ 'ਚ ਮਾਰਿਆ ਹੋਇਆ ਉਹਨਾਂ ਨੂੰ। ਹੁਣ ਇਹਨਾਂ ਨੂੰ ਪਤਾ ਹੈ ਵੀ ਜਿਹੜੇ ਉਹ ਪੰਜਾਬੀ 'ਚ ਕਹਿੰਦੇ ਹੁੰਦੇ ਨੇ ਕਿ ਜਿਹੜੇ ਤਰਨਤਾਰਨ ਕੋੜੇ ਉਹ ਅੰਮ੍ਰਿਤਸਰ ਵੀ ਕੋੜੇ, ਕਿ ਵੀ ਜੇ ਤੁਹਾਡਾ ਤਰਨਤਾਰਨ ਦੇ ਸਰੋਵਰ 'ਚ ਇਸ਼ਨਾਨ ਨਾਲ ਕੋੜ ਠੀਕ ਨਹੀਂ ਹੋਇਆ, ਫੇਰ ਤਾਂ ਹੈ ਨਹੀਂ ਤੁਹਾਡੇ, ਉਹ ਅੰਮ੍ਰਿਤਸਰ ਆ ਕੇ ਥੋੜ੍ਹੀ ਠੀਕ ਹੋ ਜਾਏਗਾ। ਅੱਛਾ, ਹੁਣ ਜੇ ਤੁਸੀਂ 2025 ਦੇ ਵਿੱਚ ਜੁੱਤੀਆਂ ਖਾਧੀਆਂ ਨੇ ਚੰਗੀ ਤਰ੍ਹਾਂ ਤੇ 2047 ਤੱਕ ਤਾਂ ਤੁਹਾਡੀ ਹੋਂਦ ਵੈਸੇ ਹੀ ਨਹੀਂ ਰਹਿਣੀ। ਪਰ ਇਹੀ ਗੱਲ ਜਦੋਂ ਹੁਣ ਮੋਦੀ ਕਹਿੰਦਾ ਕਿ ਜੀ ਇੰਡੀਆ ਅਮਰੀਕਾ ਤੋਂ ਬਾਅਦ, ਚੀਨ ਤੋਂ ਬਾਅਦ ਅਸੀਂ ਤੀਸਰੀ ਵੱਡੀ ਪਾਵਰ 2047 'ਚ ਬਣਨਾ, ਇਹ ਉਹੀ ਹੈ ਕਿ ਤੁਸੀਂ ਉਹਨੂੰ ਵਿਸ਼ਨੂਪੁਰੀ ਤੁਹਾਨੂੰ ਅਸੀਂ ਪਹੁੰਚਾ ਦਿੰਦੇ ਹਾਂ, ਪਰ ਇੱਥੇ ਤੁਸੀਂ ਗਰੀਬੀ ਨਾਲ ਹੀ ਮਾਰਾਂਗੇ ਤਾਂ। ਹੁਣ ਇਹਨੂੰ ਉਹ ਕੋਟ ਕਰ ਰਿਹਾ ਤੇ ਪਾਕਿਸਤਾਨ ਨੂੰ ਉਹ ਜਿਹੜਾ ਉਹ ਉਹਨਾਂ ਦੇ ਨੂੰ ਟੀਚਰ ਕਰ ਰਿਹਾ ਕਿ ਜੀ ਇਹ ਜੋ ਪਾਕਿਸਤਾਨ ਦਾ ਵਰਜਨ ਹੈ ਇਹ ਤਾਂ ਮਨੋਰ ਕਹਾਣੀਆਂ ਨੇ। ਮਨੋਰ ਕਹਾਣੀ ਜਨਾਬ, ਤੁਸੀਂ ਇਹ ਕਹਾਣੀਆਂ ਸੁਣਾ ਰਹੇ ਹੋ, ਤੁਹਾਡੇ ਆਪਣੇ ਲੋਕ ਤੁਹਾਡੇ ਤੇ ਬਿਲੀਵ ਨਹੀਂ ਕਰਦੇ। ਇਹਨਾਂ ਦੇ ਜਿਹੜੇ ਐਕਸਪਰਟ ਨੇ ਆ ਕੇ ਉਹ ਇਹ ਕਹਿੰਦੇ ਨੇ, ਔਰ ਜਦੋਂ ਇਹ ਹੁਣ ਸਬੂਤ ਕੀ ਦੇ ਰਿਹਾ, ਫਰੋਮ ਵੇਰੀਅਸ ਇੰਟੈਲੀਜੈਂਸ ਰਿਪੋਰਟ ਵੀ ਹੈਵ ਗੈਦਰਡ that radars were damaged at 4 locations, command and control centers destroyed at 2, runways at 2। ਹੁਣ ਸਬੂਤ ਅਗੇਨ 4 ਮਹੀਨੇ 3 ਲੰਘ ਗਏ ਨੇ, ਹੁਣ ਤੁਹਾਨੂੰ ਇਹ ਨਜ਼ਰ ਆ ਰਿਹਾ ਵੀ ਇਹ ਕਿਉਂਕਿ ਇਹਨਾਂ ਦੇ ਉੱਤੇ ਜਿਹੜਾ ਇਹ ਸਾਰਾ ਬੋਝ ਹੈ, ਔਰ ਹੁਣ ਕਿਉਂਕਿ ਇਹਨਾਂ 'ਚ ਇੱਕ ਮਿਸ਼ਨ ਖਾਂਦੇ ਨੇ, ਔਰ ਦੂਸਰਾ ਹੁਣ ਜਿਵੇਂ ਐਲਨ ਮਸਕ ਨੇ ਪਿਛਲੇ ਦਿਨਾਂ 'ਚ ਕਿਹਾ ਸੀਗਾ ਕਿ ਭਾਈ ਇਹ ਜਿਹੜਾ ਡਰੋਨਸ ਜਿਹੜੀ ਹੈ ਫਿਊਚਰ ਵਾਰਫੇਅਰ ਹੈ, ਇਹ ਕੋਈ ਮੈਨਡ ਏਅਰਕ੍ਰਾਫਟ ਨਹੀਂ ਹੈਗੇ ਵੀ ਤੁਹਾਡੇ ਪਾਇਲਟ ਬੈਠੇ ਨੇ ਤੇ ਉਹਨਾਂ ਨੇ ਹੁਣ ਵੀ ਕਿਹੜੇ ਪਾਇਲਟ ਗਏ, ਉਹਨੂੰ ਵੀ ਤੁਸੀਂ ਦੇਖੋ ਵੀ ਕਿੰਨਾ ਇਹਨਾਂ ਨੂੰ ਫਾਲਸ ਪ੍ਰਾਈਡ ਦੇ ਵਿੱਚ ਹਵਾ 'ਚ ਰੱਖਿਆ ਹੋਇਆ। ਐਲਨ ਮਸਕ ਨੂੰ ਰਿਡੀਕਿਊਲ ਕਰ ਰਿਹਾ, ਉਹਨੇ ਕਿਹਾ ਜੀ ਇਹ ਜਿਹੜੇ ਮੈਨਡ ਪਲੇਟਫਾਰਮ ਨੇ ਵਿਲ ਕੰਟੀਨਿਊ ਟੂ ਪਲੇ ਕਰੂਸ਼ਲ ਰੋਲ ਇਨ ਕੰਬੈਟ ਆਪਰੇਸ਼ਨਸ, ਇਹ ਰਹੇਗਾ। ਔਰ ਇਸ ਵਿੱਚ ਉਹਨੇ ਕਿਹਾ ਕਿ ਜੀ ਐਲਨ ਮਸਕ ਇਜ਼ ਏ ਬਿਜ਼ਨਸਮੈਨ, ਉਹਨੂੰ ਕੀ ਪਤਾ ਹੈ। ਹੁਣ ਇਹ ਹੈ ਇਹਨਾਂ ਦਾ ਹਾਲ। ਲੇਕਿਨ ਜਿਹੜੀ ਗੱਲ ਮੈਨੂੰ ਇਹ ਲੱਗਦਾ ਕਿ ਬਈ ਕਈ ਵਾਰ ਜਿਹੜੀ ਇੱਕ ਤਾਂ ਹੁੰਦਾ ਹੈ ਵੀ ਜਿਹਨੂੰ ਕਹਿੰਦੇ ਨੇ ਹਿੰਦੀ ਦਾ ਵਿੱਚ ਵੀ ਔਰ ਉਰਦੂ 'ਚ ਵੀ ਯੂਜ਼ ਹੁੰਦਾ ਪੰਜਾਬ ਕਿ ਸਿਆਣੀ ਬਿੱਲੀ ਖੰਭਾ ਨੋਚੇ। ਇੱਕ ਤਾਂ ਤੁਸੀਂ ਇਹਨੂੰ ਇਸ ਪ੍ਰੈਕਟਿਸ ਨੂੰ ਇਹ ਕਹਿ ਸਕਦੇ ਹੋ ਕਿ ਜਿਹੜੀ ਬਿੱਲੀ ਸਿਆਣੀ ਬਿਲਗਾਰ ਉਹ ਖੰਭੇ ਨੂੰ ਹੀ ਮਾਰ ਰਹੀ ਹੁੰਦੀ ਹੈ, ਲੱਗਦਾ ਤਾਂ ਇਹ ਵੀ ਹੈ ਖੰਭਾ ਨੋਚਣ ਦਾ ਵੀ। ਪਰ ਕਈ ਵਾਰ ਇਹ ਵੀ ਹੁੰਦਾ ਹੈ ਵੀ ਜਿਹੜਾ ਹਾਰਿਆ ਹੋਇਆ ਦੂਸਰਾ ਹੋਇਆ ਪਰ ਉਹਦੇ ਅੰਦਰਲਾ ਭੂਤਰਾਪਨ ਕਿਤੇ ਨਾ ਕਿਤੇ ਕਾਇਮ ਹੁੰਦਾ, ਉਹ ਬਦੋ ਬਦੀ ਵੀ ਜਾ ਕੇ ਗਲ ਪੈਂਦਾ, ਭਾਵੇਂ ਮੁੜ ਕੇ ਛਿੱਤਰ ਹੀ ਫਿਰਦਾ ਉਹਦੇ। ਹੁਣ ਜਿਹੜੀ 3 ਦਿਨਾਂ ਤੋਂ ਮੈਂ ਜਿਹਨੂੰ ਕਲੋਜ਼ਲੀ ਮੋਨੀਟਰ ਕਰ ਰਿਹਾ, ਪਹਿਲਾਂ ਤਾਂ ਰਾਜਨਾਥ ਸਿੰਘ ਦੀ ਗੱਲ ਕਰਦੇ ਹਾਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਰਣ ਆਫ ਕੱਛ, ਹੁਣ ਜਿਨ੍ਹਾਂ ਨੂੰ 65 ਜਾਂ 71 ਦੀਆਂ ਜੰਗਾਂ ਯਾਦ ਨੇ ਜਾਂ ਜਿਹੜਾ ਭਾਰਤ ਪਾਕਿਸਤਾਨ ਦਾ ਬਾਰਡਰ ਹੈ, ਲੈਂਡ ਬਾਰਡਰ ਤਾਂ ਹੈ ਹੀ ਹੈ ਜੋ ਗੁਜਰਾਤ ਤੱਕ ਲਖਪਤ ਤੱਕ ਜਾਂਦਾ ਹੈ, ਪਰ ਰਣ ਆਫ ਕੱਛ ਜਿਹੜਾ ਹੈ ਇਹ 96 ਕਿਲੋਮੀਟਰ ਦੀ ਸਟ੍ਰਿਪ ਹੈ ਜਿਹੜੀ ਸੈਪਰੇਟ ਕਰਦੀ। ਔਰ ਪਿਛਲੀਆਂ ਜੰਗਾਂ ਦੇ ਵਿੱਚ ਪਾਕਿਸਤਾਨ ਦੀ ਇਹਦੇ 'ਚ ਐਡਵਾਂਸਮੈਂਟ ਵੀ ਹੋਈ ਸੀ। ਔਰ ਇੱਕ ਸਟੇਜ 'ਤੇ ਜਦੋਂ ਰਾਜੀਵ ਗਾਂਧੀ ਦੇ ਨਾਲ ਸਮਝੌਤੇ ਦੀ ਗੱਲਬਾਤ ਚੱਲ ਰਹੀ ਸੀ, ਰਣ ਆਫ ਕੱਛ ਤੱਕ ਜਿਹੜਾ ਸਰ ਕ੍ਰੀਕ ਇਹਨੂੰ ਕਹਿੰਦੇ ਨੇ, ਇਹਦੇ 'ਤੇ ਮੈਂ ਕਦੇ ਫਿਰ ਡਿਟੇਲ 'ਚ ਗੱਲ ਕਰਾਂਗਾ ਵੀ ਇਹ ਡਿਸਪਿਊਟ ਕੀ ਹੈ। ਹੁਣ ਉੱਥੇ ਇਹ ਗਿਆ ਰਾਜਨਾਥ ਸਿੰਘ ਦੁਸਹਿਰੇ ਦੇ ਮੌਕੇ ਪਹਿਲਾਂ, ਔਰ ਜਿਹੜਾ ਫੌਜੀ ਮੁਖੀ ਹੈ ਇਹਨਾਂ ਦਾ ਦਵੇਦੀ, ਉਪੇਂਦਰ ਦਵੇਦੀ, ਉਹਦੇ ਨਾਲ ਸ਼ਸਤਰਾਂ ਦੀ ਪੂਜਾ ਕੀਤੀ। ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਹਿੰਦੂਆਈਜ਼ ਕਰ ਦਿੱਤਾ ਫੌਜ ਨੂੰ ਵੀ, ਕਮਿਊਨਲਾਈਜ਼ ਹਿੰਦੂਆਈਜ਼, ਜਦੋਂ ਕਮਿਊਨਲਾਈਜ਼ ਹੋ ਗਈ ਹਿੰਦੂਆਈਜ਼ ਹੋ ਗਈ। ਹੁਣ ਫੌਜ ਦੇ ਵਿੱਚ ਸਾਰੇ ਮਜ਼ਹਬਾਂ ਦੇ ਲੋਕ ਨੇ। ਅੰਗਰੇਜ਼ਾਂ ਨੇ ਇਸ ਗੱਲ ਨੂੰ ਤਾਂ ਯਕੀਨੀ ਬਣਾਇਆ ਸੀ ਕਿ ਵੀ ਜਿਹੜੀ ਮਜ਼ਹਬਾਂ ਦੇ ਨਾਂ 'ਤੇ ਰੈਜੀਮੈਂਟਾਂ ਨੇ, ਸਿੱਖ ਰੈਜੀਮੈਂਟ ਹੈ ਉਹ ਬੋਲੇ ਸੋਹਣੇ ਹਾਲ ਦੇ ਨਾਲ ਜਿਹੜਾ ਹੈ ਉਹ ਐਡਵਾਂਸ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਹੁੰਦਾ ਹੈ, ਗ੍ਰੰਥੀ ਹੁੰਦਾ ਹੈ ਫੌਜ ਦੇ ਵਿੱਚ। ਮੁਸਲਮਾਨਾਂ ਦੇ ਲਈ ਜਿਹੜਾ ਉਹ ਆਪਣੇ ਟ੍ਰੈਡੀਸ਼ਨਲ ਅੱਲਾਹੂ ਅਕਬਰ ਦੇ ਨਾਲ ਜਿਹੜਾ ਉਹ ਮਾਰਚ ਜਾਂ ਜਿਹੜਾ ਸਟ੍ਰਾਈਕ ਕਰਦੇ ਨੇ। ਮਸੀਤ ਹੈ, ਮੁੱਲਾ ਹੈ ਉਹਦੇ 'ਚ। ਇਵੇਂ ਹੀ ਜਿਹੜੀਆਂ ਹਿੰਦੂਆਂ ਦੀਆਂ, ਡੋਗਰਿਆਂ ਦੀਆਂ ਜਾਂ ਰਾਜਪੂਤਾਂ ਦੀਆਂ ਜਾਂ ਇਹਨਾਂ ਮਰਾਠਿਆਂ ਦੀਆਂ ਰੈਜੀਮੈਂਟਾਂ ਹਰ ਹਰ ਮਹਾਦੇਵ ਦੇ ਥੱਲੇ ਉਹ ਐਡਵਾਂਸ ਕਰਦੇ ਨੇ, ਔਰ ਪੰਡਤ ਔਰ ਦੂਜਾ। ਸੋ ਉਹ ਜਿਹੜੀਆਂ ਉਹਨਾਂ ਨੇ ਰਿਲੀਜਨ ਬੇਸਡ ਰੈਜੀਮੈਂਟਸ ਐਸਟੈਬਲਿਸ਼ ਕੀਤੀਆਂ ਉਹ ਤਾਂ ਬਰਾਬਰ ਰਹੀਆਂ, ਲੇਕਿਨ ਇਹਨਾਂ ਨੇ ਹੌਲੀ ਹੌਲੀ
ਉਹਨਾਂ ਨੂੰ ਵੀ ਛਾਂਟਿਆ, ਸੈਕੂਲਰਿਜ਼ਮ ਦੇ ਨਾਂ ਥੱਲੇ ਮਿਕਸ ਕੀਤਾ, ਲੇਕਿਨ ਇਵੈਂਚੁਅਲੀ ਉਹਨੂੰ ਹਿੰਦੂਆਈਜ਼ ਕੀਤਾ। ਹੁਣ ਜੇ ਭਾਰਤ ਦਾ ਡਿਫੈਂਸ ਮਿਨਿਸਟਰ ਇੱਕ ਹਿੰਦੂ ਤਿਉਹਾਰ ਦੁਸਹਿਰੇ ਦੇ ਮੌਕੇ ਫੌਜੀ ਮੁਖੀ ਨੂੰ ਨਾਲ ਲੈ ਕੇ ਜਿਹੜਾ ਉਹ ਸ਼ਸਤਰਾਂ ਦੀ ਪੂਜਾ ਕਰਦਾ ਹੈ, ਤੇ ਪੂਜਾ ਵੀ ਕਿਹਦੀ ਕੀਤੀ? ਮੈਨੂੰ ਜਦੋਂ ਮੈਂ ਇਹ ਪੜ੍ਹਿਆ ਕਿ ਵੀ ਇਹ ਉਹਨੇ ਇਹ ਜਿਹੜਾ ਕੀਤਾ, ਤੇ ਮੈਂ ਕਿਹਾ ਵੀ ਜਿਹੜਾ ਰਾਫੇਲ ਸਭ ਤੋਂ ਪਹਿਲਾਂ ਡਿੱਗਿਆ ਉਹ ਸੀ ਜਦੋਂ ਰਾਜਨਾਥ ਸਿੰਘ ਫਰਾਂਸ ਆਇਆ ਤੇ ਹਰੀ ਮਿਰਚ ਗੰਢਾ ਬੰਨ੍ਹ ਕੇ ਜਿਹੜੇ ਰਾਫੇਲ ਦੀ ਪੂਜਾ ਕੀਤੀ। ਹੁਣ ਇਹ ਜਿਹੜਾ ਉਸ ਦੇ ਵਿੱਚ ਉਹਨੇ ਇਹਨਾਂ ਦੀ ਰਿਪੋਰਟਿੰਗ ਇਹ ਹੈ ਕਿ ਭਾਈ ਉਹਨੇ ਕਿਹਾ ਕੀ ਹੈ ਉੱਥੇ ਜਾ ਕੇ, ਉੱਥੇ ਉਹਨੇ ਫੌਜ ਨੂੰ ਐਡਰੈਸ ਕਰਦਿਆਂ ਭੁਜ ਦੇ ਮੌਕੇ ਤੇ ਵਿਜੇ ਲక్ష్ਮੀ ਉਹਨੇ ਜਿਹੜਾ ਉਹ ਸਾਰੀ ਸੋ ਕਾਲਡ ਉਸ 에ਅਰ ਡਿਫੈਂਸ ਸਿਸਟਮ ਦੀ ਪੂਜਾ ਕਰਨ ਤੋਂ ਬਾਅਦ ਇਹ ਕਿਹਾ, any aggression by Pakistan in the Sar Creek area will be met with a resounding response that will change both history and geography, he said. ਹੁਣ ਇਹ ਬੜੀ ਖਤਰਨਾਕ ਗੱਲ ਹੈ ਡਿਫੈਂਸ ਮਿਨਿਸਟਰ ਦਾ ਇਸ ਕਿਸਮ ਦਾ ਕਹਿਣਾ ਕਿ ਜੀ ਜੇ ਪਾਕਿਸਤਾਨ ਨੇ ਕੁਝ ਹੀ ਹਰਕਤ ਕੀਤੀ ਹੋ, ਕੁਝ ਹੀ ਹਰਕਤਾਂ ਤਾਂ ਤੁਸੀਂ ਕਰ ਰਹੇ ਹੋ, ਤੇ ਫਿਰ ਜਿਹੜਾ ਅਸੀਂ ਜਿਹੜਾ ਉਹਨਾਂ ਨੂੰ ਭੂਗੋਲ ਤੋਂ ਹੀ ਮਿਟਾ ਦੇਵਾਂਗੇ, ਯਾਨੀ ਅਸੀਂ ਭੂਗੋਲ ਵੀ ਜਿਓਗ੍ਰਾਫੀ ਵੀ ਚੇਂਜ ਕਰ ਦੇਵਾਂਗੇ ਤੇ ਹਿਸਟਰੀ ਵੀ ਚੇਂਜ, ਮਤਲਬ ਇਹ ਹੈ ਕਿ ਵੀ ਪਾਕਿਸਤਾਨ ਦਾ ਭੋਗ ਪਾ ਦੇਵਾਂਗੇ। ਹੁਣ ਇਹ ਗੱਲ ਇਹ ਉੱਥੇ ਖਲੋ ਕੇ ਕਹਿੰਦਾ ਕਿ ਜੀ ਜਿਹੜੀਆਂ ਨੇ ਸਾਡੀਆਂ ਫੋਰਸਿਸ ਬਹੁਤ ਪਾਵਰਫੁਲ ਨੇ, ਅਸੀਂ ਪਹਿਲਾਂ ਹੀ ਹੈਵੀ ਲਾਸ ਪਾਕਿਸਤਾਨ ਨੂੰ ਦਿੱਤਾ ਹੈ, ਔਰ ਅਸੀਂ ਇਹ ਮੈਸੇਜ ਦਿੱਤਾ ਹੈ ਕਿ ਬਈ ਅਸੀਂ ਕਿਤੇ ਵੀ ਵੈਨ ਐਵਰ ਵੇਅਰ ਐਵਰ ਐਂਡ ਹਾਊ ਐਵਰ ਅਸੀਂ ਤੁਹਾਨੂੰ ਛੱਡਾਂਗੇ ਨਹੀਂ। ਹੁਣ ਇੱਕ ਪਾਸੇ ਤਾਂ ਇਹ ਰਾਜਨਾਥ ਸਿੰਘ ਦਾ 2 ਦਿਨ ਪਹਿਲਾਂ ਦਾ ਬਿਆਨ, ਔਰ ਜਿਹੜੀ ਉਹਦੀ ਐਟ ਦਾ ਭੁਜ ਮਿਲਟਰੀ ਬੇਸ ਰਾਜਨਾਥ ਸਿੰਘ ਪਰਫਾਰਮਡ ਸ਼ਸਤਰ ਪੂਜਾ of the upgraded L-70 air defense gun in the presence of Army Chief General Upender Dwivedi and other senior officers. ਹੁਣ ਇਹਦਾ ਵੀ ਵਿਚਾਰੇ ਦੀ ਜਿਹੜੀ ਇਹ L-70 air defense gun ਹੈ, ਇਹਦਾ ਵੀ ਭੋਗ ਪੈ ਜਾਣਾ ਜਿਵੇਂ ਉਸ ਰਾਫੇਲ ਦਾ ਪਿਆ ਜਿੱਥੇ ਗੰਢਾ ਤੇ ਹਰੀ ਮਿਰਚ ਰੱਖ ਕੇ ਪੂਜਾ ਕਰਕੇ ਆਇਆ। ਹੁਣ ਉਸੇ ਲਾਈਨ ਦੇ ਉੱਤੇ ਜੋ ਰਾਜਨਾਥ ਸਿੰਘ ਨੇ ਕਿਹਾ, ਰਾਜਸਥਾਨ ਦੇ ਵਿੱਚ ਇੱਕ ਟ੍ਰੇਨਿੰਗ ਜਿੱਥੇ ਕਿ ਫੌਜੀ ਸਕੀਮ ਜਿਹਦੇ ਲਈ ਲਫ਼ਜ਼ ਇਸਤੇਮਾਲ, ਉਹਦੇ ਜਾ ਕੇ ਉਪੇਂਦਰ ਦਵੇਦੀ ਨੇ ਜੋ ਕਿਹਾ ਉਹ ਆਲਮੋਸਟ ਉਹੀ ਹੈ ਜੋ ਰਾਜਨਾਥ ਸਿੰਘ ਨੇ ਕਿਹਾ। ਇਹ ਜਿਹੜਾ ਅੱਜ ਫਰਾਈਡੇ ਦਾ ਹੀ ਹੈ ਕਿ ਉਸਨੇ ਇੰਡੀਅਨ ਆਰਮੀ ਚੀਫ ਜਨਰਲ ਉਪੇਂਦਰ ਦਵੇਦੀ issued a sharp warning to Pakistan saying that if it continues state-sponsored terrorism, it may have to reconsider its place on the world map. ਮਤਲਬ ਉਹੀ ਹੈ ਕਿ ਵੀ ਤੁਹਾਡਾ ਦੁਨੀਆ ਦੇ ਨਕਸ਼ੇ ਤੋਂ ਅਸੀਂ ਹੋਂਦ ਹੀ ਮਿਟਾ ਦਿਆਂਗੇ। ਔਰ ਇਹ ਫਾਰਵਰਡ ਏਰੀਆ ਅਨੂਪਗੜ੍ਹ ਹੈ ਰਾਜਸਥਾਨ ਸ੍ਰੀਨਗਰ ਡਿਸਟ੍ਰਿਕਟ ਦੇ ਵਿੱਚ, ਉੱਥੇ ਉਹਨੇ ਫੌਜੀਆਂ ਨੂੰ ਐਡਰੈਸ ਕਰਦਿਆਂ ਕਿਹਾ ਕਿ ਇੰਡੀਆ ਇਜ਼ ਫੁਲੀ ਪ੍ਰਪੇਅਰਡ ਦਿਸ ਟਾਈਮ। ਇਹਦਾ ਮਤਲਬ ਇਹ ਆ ਵੀ ਪਹਿਲਾਂ ਜੁੱਤੀਆਂ ਪਈਆਂ, ਹੁਣ ਜਦੋਂ ਤੁਸੀਂ ਬਹੁਤ ਜ਼ਿਆਦਾ ਬੋਲਦੇ ਹੋ ਉਦੋਂ ਤੁਹਾਡੀ ਗਲਤੀ ਵੀ ਫੜੀ ਜਾਂਦੀ ਹੈ। ਉਹਦੇ 'ਚੋਂ ਕਹਿੰਦਾ ਇੰਡੀਆ ਇਜ਼ ਫੁਲੀ ਪ੍ਰਪੇਅਰਡ ਦਿਸ ਟਾਈਮ and won't show the restraint we exhibited during Operation Sindoor 10. 10 ਕਹਿੰਦੇ ਨੇ, ਦਾ ਮਤਲਬ ਹੈ ਵੀ ਅਜੇ ਉਹਨਾਂ ਨੇ ਦੂਸਰਾ ਕਿ ਅਸੀਂ ਬੜਾ ਰੈਸਟ੍ਰੇਨ ਦਿਖਾਇਆ। ਹੁਣ ਪਹਿਲੀ ਗੱਲ ਤੇ ਬਈ ਆਲਰੇਡੀ ਮੋਦੀ ਕਹਿ ਚੁੱਕਾ ਵੀ ਅਸੀਂ ਤਾਂ ਫੌਜ ਨੂੰ ਪਾਵਰ ਦੇ ਦਿੱਤੀ ਸੀ, ਜੋ ਮਰਜ਼ੀ ਕਰੋ, ਰੈਸਟ੍ਰੇਨ ਤੁਸੀਂ ਕਾਹਨੂੰ ਦਿਖਾਣਾ ਸੀ? ਤੁਹਾਡੇ ਜਿੱਦਣ 7 ਜਹਾਜ਼ ਡਿੱਗੇ ਤੁਸੀਂ ਤਾਂ ਗਰਾਊਂਡ ਕਰ ਲਈ 에ਅਰ ਫੋਰਸ। ਟਰੰਪ ਦੇ ਤਰਲੇ ਕਰਨੇ ਸ਼ੁਰੂ ਕਰਤੇ ਤੁਹਾਡੇ ਮਾਰਕੋ ਰੂਬੀਓ ਰਾਹੀਂ ਅਮਰੀਕਾ ਦੇ ਸੈਕਟਰੀ ਆਫ ਸਟੇਟ ਵੀ ਸਾਨੂੰ ਸੀਜ਼ਫਾਇਰ ਕਰਾਓ। ਫਿਰ ਉਹ ਕਹਿੰਦਾ ਦਿਸ ਟਾਈਮ ਵੀ ਵਿਲ ਟੇਕ ਅ ਸਟੈਪ ਫਾਰਵਰਡ ਐਂਡ ਐਕਟ ਇਨ ਅ ਮੈਨਰ that will make Pakistan think whether it wants to remain on the world map or not. ਮਤਲਬ ਇਹ ਹੈ ਜਿਹਨੂੰ existential threat ਕਹਿੰਦੇ ਨੇ ਕਿ ਤੁਹਾਡੀ ਅਸੀਂ ਹੋਂਦ ਮਿਟਾ ਦੇਵਾਂਗੇ, ਐਗਜ਼ਿਸਟੈਂਸ ਮਿਟਾ ਦੇਵਾਂਗੇ। ਔਰ ਜੇ ਹੁਣ ਇਹਨੂੰ ਤੁਸੀਂ ਇਸ ਨਜ਼ਰੀਏ ਤੋਂ ਦੇਖੋ ਤੇ ਪਾਕਿਸਤਾਨ ਵੱਲੋਂ ਇਹਦਾ ਰਿਸਪੌਂਸ ਦੇਖੋ, ਉਹ ਰਿਸਪੌਂਸ ਪਹਿਲਾਂ ਹੀ ਦੇ ਚੁੱਕੇ ਨੇ। ਫੀਲਡ ਮਾਰਸ਼ਲ ਆਸਮ ਮੁਨੀਰ ਜਦੋਂ ਇੱਥੇ ਸੈਂਟਰਲ ਕਮਾਂਡ ਦੇ ਜਨਰਲ ਕੋਇਰਲਾ ਦੇ ਰਿਟਾਇਰਮੈਂਟ ਤੋਂ ਬਾਅਦ ਫੰਕਸ਼ਨ 'ਚ ਆਏ, ਉਹਨਾਂ ਨੇ ਕਿਹਾ ਵੀ ਜੇ ਇੰਡੀਆ ਨੇ ਹੁਣ ਕੋਈ ਐਸੀ ਕੋਸ਼ਿਸ਼ ਕੀਤੀ ਔਰ ਸਾਡੀ ਐਗਜ਼ਿਸਟੈਂਸ ਨੂੰ ਖਤਰਾ ਹੋਇਆ ਤੇ ਫਿਰ ਅਸੀਂ 2 ਬਿਲੀਅਨ ਲੋਕਾਂ ਨੂੰ ਜਿਹੜਾ ਨਾਲ ਲੈ ਕੇ ਹੀ ਜਾਵਾਂਗੇ। ਮਤਲਬ ਇਹ ਹੈ ਕਿ ਬਈ ਸਾਡਾ ਜਿਹੜਾ ਫਿਰ ਅਲਟੀਮੇਟ ਸਾਡੇ ਕੋਲ ਕੋਈ ਚੋਇਸ ਬਾਕੀ ਨਹੀਂ ਹੋਏਗੀ। ਪਰ ਇਸ ਪੀਰੀਅਡ ਇਸ ਵੇਲੇ 'ਚ ਡਿਫੈਂਸ ਮਿਨਿਸਟਰ ਵੱਲੋਂ
ਫੌਜੀ ਚੀਫ ਵੱਲੋਂ ਇਸ ਕਿਸਮ ਦੀ ਭੜਕਾਊ ਬਿਆਨਬਾਜ਼ੀ ਔਰ ਟੈਂਪਰੇਚਰ ਰਾਈਜ਼ ਕਰਨਾ, ਮੈਨੂੰ ਲੱਗਦਾ ਹੈ ਕਿ ਵੀ ਇਹ ਹਲਕੇ ਹਲਕੇ ਜਿਵੇਂ ਹਲਕ ਕਿਸੇ ਨੂੰ ਚੰਬੜਿਆ ਹੁੰਦਾ ਹੈ, ਇਸ ਕਿਸਮ ਦੀ ਜੇ ਦਿਲਵਦੀ ਇਹਨਾਂ ਨੇ ਕੀਤੀ ਤਾਂ ਫਿਰ ਇਸ ਵਾਰ ਜਿਹੜਾ ਉਹ ਜੋ ਕੁਝ ਹੋਏਗਾ ਉਹ ਸ਼ਾਇਦ ਇਹਨਾਂ ਬ੍ਰਾਹਮਣਵਾਦੀਆਂ ਦੀ ਹੋਸ਼ੋ ਹਵਾਸ਼ ਵੀ ਕਾਇਮ ਨਾ ਰਹਿਣ ਦੇ, ਔਰ ਉਹਦੇ ਚੋਂ ਹੀ ਫਿਰ ਇਹਨਾਂ ਦੀ ਤਬਾਹੀ ਤਾਂ ਨਿਕਲੇਗੀ। ਔਰ ਅਸੀਂ ਤਾਂ ਇਹ ਸਮਝਦੇ ਹਾਂ ਹਾਲਾਂ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ, ਲੇਕਿਨ ਜੇ ਅਲਟੀਮੇਟਲੀ ਇਹਨਾਂ ਨੂੰ ਨਾਜ਼ੀ ਹਿਟਲਰ ਚੰਬੜਿਆ ਹੋਇਆ ਹੈ, ਮੁਸੋਲਿਨੀ ਚੰਬੜਿਆ ਹੋਇਆ ਹੈ, ਜਾਂ ਇਹਨਾਂ ਦੀ ਖੁਰਕ ਮੱਠੀ ਨਹੀਂ ਹੋ ਰਹੀ, ਤੇ ਫਿਰ ਜਿਹੜੀ ਹੈ ਉਹ ਖੁਰਕ ਮੱਠੀ ਕਰਨ ਦਾ ਕੁਛ ਤਾਂ ਇਲਾਜ ਕਰਨਾ ਪੈਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।